ਆਮ ਬੰਦਾ ਬਿਮਾਰ ਹੁੰਦਾ ਤੇ ਜਾਂਦਾ ਸਰਕਾਰੀ ਹਸਪਤਾਲ ਦੇ ਵਿੱਚ, ਉਹ ਕਹਿੰਦਾ ਵੀ ਉਹਦਾ ਮੇਰਾ ਕੋਈ ਡਾਕਟਰ ਟ੍ਰੀਟਮੈਂਟ ਕਰੂਗਾ, ਕੋਈ ਦਵਾਈ ਦਊਗਾ ਵੀ ਇਹ ਮੈਨੂੰ ਬਚਾਊਗਾ ਬਿਮਾਰ ਹੋਣ ਤੋਂ। ਪਰ ਜਦੋਂ ਉੱਥੇ ਜਾਂਦਾ ਉਹਨੂੰ ਤਾਂ ਵਿਚਾਰੇ ਨੂੰ ਪਤਾ ਨਹੀਂ ਹੁੰਦਾ ਵੀ ਜਿਹੜਾ ਗਲ 'ਚ ਟੂਟੀਆਂ ਪਾ ਕੇ ਬੈਠਾ ਮੇਰੇ ਵਰਗਾ ਸਧਾਰਨ ਆਦਮੀ ਕਿਸੇ ਦਾ ਹੈਗਾ ਤੇ ਡਰਾਈਵਰ ਆ ਤੇ ਕਰੀ ਜਾਂਦਾ ਮਰੀਜ਼ਾਂ ਦਾ ਇਲਾਜ। ਡੀਐਮਸੀ ਦਾ ਡਰਾਈਵਰ ਉੱਥੇ ਮਰੀਜ਼ਾਂ ਨੂੰ ਵੇਖ ਰਿਹਾ, ਉਹਨਾਂ ਦੇ ਕਮਰੇ ਦੇ ਵਿੱਚ ਡੀਐਮਸੀ ਦੇ ਐਬਸੈਂਸ ਦੇ ਵਿੱਚ ਟੈਸਟ ਲੈ ਕੇ ਤੇ ਬਾਹਰ ਲੈਬੋਰਟਰੀਆਂ ਤੇ ਭੇਜ ਰਿਹਾ। ਤੇ ਫਿਰ ਕਹਿੰਦੀ ਫਿਰ ਇਹ ਉਦੋਂ ਹੋਏ ਜਦੋਂ ਸਿਹਤ ਮੰਤਰੀ ਪੰਜਾਬ ਦੇ ਆਪ ਡਾਕਟਰ ਨੇ, ਉਹਨਾਂ ਨੂੰ ਪਤਾ ਹੈ ਪਿੱਛੇ ਥੋੜਾ ਕਰਕੇ ਗਏ ਤਾਂ ਮਤਲਬ ਸਿਹਤ ਮੰਤਰੀ ਦਾ ਡਰ ਨਹੀਂ ਰਹਿ ਗਿਆ ਇਹਨਾਂ ਨੂੰ। ਖਬਰਾਂ ਸਾਹਮਣੇ ਆਉਂਦੀਆਂ ਵੀ ਕਈ ਹਸਪਤਾਲ ਐਸੇ ਨੇ, ਸਾਰੇ ਨਹੀਂ, ਜਿੱਥੇ ਦਰਜਾ 4 ਕਰਮਚਾਰੀ ਮਰੀਜ਼ ਨੂੰ ਐਮਰਜੈਂਸੀ ਦੇ ਵਿੱਚ ਟਾਂਕੇ ਲਾਉਂਦੇ ਨੇ। ਮੈਂ ਕਹਿੰਦਾ ਜੀ ਸਿਵਲ ਹਸਪਤਾਲ ਸਰ ਵੇਖ ਲਓ, ਉੱਥੇ ਦਰਜਾ 4 ਕੀ ਦਰਜਾ 4 ਛੱਡੋ ਸਵੀਪਰ। ਇਹ ਕਹਿੰਦੀ ਕਿ ਗੁਰੂ ਨਾਨਕ ਦੇਵ ਹਸਪਤਾਲ ਹੀ ਕਹਿੰਦੇ ਇੱਕ ਡਾਕਟਰ ਹੈਗਾ ਜੀ, ਕਹਿੰਦੇ ਵੀ ਸਵੇਰੇ 9 ਵਜੇ ਆਉਂਦਾ, ਅੱਧਾ ਘੰਟਾ ਬਹਿੰਦਾ ਤੇ ਫਿਰ ਕਹਿੰਦੇ ਚੱਲ ਜਾਂਦਾ 2.5-3 ਘੰਟੇ ਆਉਂਦਾ ਹੀ ਨਹੀਂ ਉੱਥੇ। ਉਹਦੇ ਪਿੱਛੋਂ ਵੀ ਜਿਹੜਾ ਬੰਦਾ ਕੋਈ ਕਹਿੰਦੇ ਵੀ ਉਹ ਪੂਰਾ ਕੰਮ ਚਲਾਈ ਜਾਂਦਾ, ਖਿੱਚੀ ਜਾਂਦਾ ਕੰਮ। ਹੁਣ ਕਹਿੰਦੇ ਵੀ ਤਰੀਕ ਤੇ ਤਰੀਕ ਨਹੀਂ, ਇਨਸਾਫ ਵੀ ਜਿਹੜਾ ਛੇਤੀ ਲੋਕਾਂ ਨੂੰ ਮਿਲੇਗਾ। ਤੇ ਨਾਲ ਦੇ ਨਾਲ ਸਾਡੀ ਇਹ ਵੀ ਸਰਕਾਰ ਨੂੰ ਇਹ ਬੇਨਤੀ ਹੈ ਵੀ ਜਿਸ ਤਰ੍ਹਾਂ ਦੂਸਰੇ ਦੇਸ਼ਾਂ 'ਚ ਤੁਸੀਂ ਟੈਕਨੋਲੋਜੀ ਵੇਖਣ ਜਾਂਦੇ ਹੋ ਨਾ, ਉਹਨਾਂ ਦਾ ਲਾ ਸਿਸਟਮ ਵੀ ਵੇਖਣ ਜਾਓ ਵੀ ਉੱਥੇ ਲਾ ਐਂਡ ਆਰਡਰ ਕਿਉਂ ਠੀਕ ਹੈ। ਭੰਡਾਰੀ ਸਾਹਿਬ ਇੱਕ ਤੇ ਗੱਲ ਤੁਹਾਡੀ ਸੁਣ ਲਈ, ਸਰਕਾਰ ਨੇ ਕਾਨੂੰਨ ਤੇ ਚੇਂਜ ਕਰਨ ਜਾ ਰਹੇ ਆ ਜੀ। ਚਲੋ ਅੱਗੇ ਦੇ 10 ਸਾਲ 20 ਸਾਲ ਮੁਕੱਦਮਾ ਚੱਲਦਾ ਹੀ, ਉਹਨਾਂ ਨੇ ਇੱਕ ਲਿਮਿਟ ਕਰਤੀ 3 ਸਾਲ ਦੇ ਵਿੱਚ ਇਨਸਾਫ ਦੇਣਾ ਹੀ ਹੋਊਗਾ। ਇੰਨੀ ਪੰਜਾਬ ਐਡਵਾਂਸ ਤਰੱਕੀ ਕਰ ਗਿਆ ਪੰਜਾਬ ਵੀ ਕਹਿੰਦੇ ਵੀ ਹੁਣ ਵੱਖਰਾ ਠੇਕਾ ਜਿਹੜਾ ਜਨਾਨੀਆਂ ਲਈ, ਤੇ ਕਹਿੰਦੇ ਵੀ ਜੇ 4-5 ਜਨਾਨੀਆਂ ਇਕੱਠੀਆਂ ਹੋ ਗਿਆ ਜਾਣ ਤੇ ਉਹਨਾਂ ਨੂੰ ਬਹਿਣ ਦੀ ਵੀ ਉੱਥੇ ਵਿਵਸਥਾ ਕੀਤੀ ਗਈ ਸੀ। ਰੌਲਾ ਬੜਾ ਪਿਆ। ਸਰਕਾਰ ਆ ਜਿਹੜੀ ਸਟੇਟ ਦੇ ਵਿੱਚ ਨਾ ਗਲਤ ਸੰਗਤ ਦੇ ਕਾਰਨ ਨਸ਼ੇ 'ਚ ਪੈਣ ਵਾਲਿਆਂ ਦੀ ਪੜ੍ਹੀ ਲਿਖੀ ਤੇ ਨੌਕਰੀ ਕਰਨ ਵਾਲੇ ਜਿਹੜੀਆਂ ਔਰਤਾਂ, ਉਹਨਾਂ ਦੀ ਸੰਖਿਆ ਜਿਹੜੀ ਨਾ ਵੱਧਦੀ ਜਾ ਰਹੀ ਹੈ ਜੀ। ਕਈ ਸ਼ੌਕ 'ਚ ਪਹਿਲਾਂ ਨਸ਼ੇ 'ਚ ਲੱਗ ਜਾਂਦੇ ਆ, ਫਿਰ ਉਹਨਾਂ ਨੂੰ ਉਹਦੀ ਲੱਤ ਲੱਗ ਜਾਂਦੀ ਆ, ਫਿਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਆ ਤੇ ਉਹਨਾਂ ਦਾ ਜਿਹੜਾ ਭਵਿੱਖ ਅੰਧਕਾਰ ਹੋ ਜਾਂਦਾ। ਪੰਜਾਬ ਦੀ ਕਾਂਗਰਸ ਦੇ ਇੱਕ ਸਾਬਕਾ ਪ੍ਰਧਾਨ ਜਿਹੜੇ ਉਹ ਚਲੇ ਗਏ ਬੀਜੇਪੀ 'ਚ, ਤੇ ਹੁਣ ਜਿਹੜੇ ਮੌਜੂਦਾ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ, ਅਮਰਿੰਦਰ ਸਿੰਘ ਰਾਜਾ ਵੜਿੰਗ, ਉਹ ਕਹਿੰਦੇ ਵੀ ਤੂੰ ਕਹਿੰਦੇ ਆਪਣੇ ਭਤੀਜੇ ਕੋ ਦਵਾ ਅਸਤੀਫਾ ਤੇ ਮੇਰੇ ਸਾਹਮਣੇ ਇਲੈਕਸ਼ਨ ਲੜ, ਤੇ ਫਿਰ ਮੈਂ ਹਾਰ ਗਿਆ ਤੇ ਮੈਂ ਮੰਨੂਗਾ ਵੀ ਕਾਂਗਰਸ ਹਾਰੀ। ਸ਼ਬਦੀ ਜੰਗ ਆਪਸ ਦੇ ਵਿੱਚ ਕਰਨਾ ਕਿਸੇ ਨੇ ਕੁਝ ਨਹੀਂ, ਨਾ ਉਹਨਾਂ ਅਸਤੀਫਾ ਦੇਣਾ ਤੇ ਨਾ ਇਹਨੇ ਅਸਤੀਫਾ ਦੇਣਾ। ਜੇ ਇਹਨੇ ਅਸਤੀਫਾ ਦੇਣਾ ਹੁੰਦਾ ਤਾਂ ਅਸਤੀਫਾ ਦੇ ਕੇ ਕਾਂਗਰਸ ਦੇ ਚਾਚੇ ਤੇ ਮਗਰ ਹੀ ਜਾਵੇ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ, ਤੁਸੀਂ ਦੇਖ ਰਹੇ ਹੋ D4 ਨਿਊਜ਼। ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ 'ਚ ਤੁਹਾਡਾ ਸਵਾਗਤ ਹੈ। ਆਖਰਕਾਰ ਮਿਲ ਗਈ ਅੰਗਰੇਜ਼ਾਂ ਦੇ ਕਾਨੂੰਨਾਂ ਤੋਂ ਆਜ਼ਾਦੀ। ਸਾਡੇ ਹੁਕਮਰਾਨਾਂ ਨੂੰ ਯਾਦ ਆ ਗਿਆ ਕਿ ਸਾਡਾ ਮੁਲਕ ਆਜ਼ਾਦ ਹੋ ਗਿਆ, 75 ਸਾਲ ਹੋ ਗਏ ਨੇ। 76ਵੀਂ ਵਰ੍ਹੇਗੰਢ ਅਸੀਂ ਇਸੇ ਮਹੀਨੇ ਮਨਾਉਣੀ ਹੈ। IPC ਦੀਆਂ ਇਹ 511 ਧਾਰਾਵਾਂ ਨੇ, ਇਹਦੇ ਚੋਂ 175 ਬਦਲ ਦਿੱਤੀਆਂ ਜਾਣਗੀਆਂ ਤੇ 22 ਨਵੀਆਂ ਵੀ ਜਿਹੜੀਆਂ 'ਚ ਜੋੜੀਆਂ ਜਾਣਗੀਆਂ। ਹੁਣ ਅਦਾਲਤਾਂ ਦੇ ਵਿੱਚ ਤਰੀਕ ਤੇ ਤਰੀਕ ਨਹੀਂ ਬਲਕਿ ਇਨਸਾਫ ਮਿਲੇਗਾ। ਅਗਲਾ ਮਾਮਲਾ ਬਹੁਤ ਅਹਿਮ ਹੈ। ਆਮ ਬੰਦਾ ਜਾਂਦਾ ਹਸਪਤਾਲਾਂ ਦੇ ਵਿੱਚ, ਸਰਕਾਰੀ ਹਸਪਤਾਲ ਦੇ ਵਿੱਚ, ਕਿ ਉਹਨੂੰ ਕੋਈ ਦੁੱਖ ਤਕਲੀਫ ਹੈ ਤੇ ਡਾਕਟਰ ਉਹਦਾ ਇਲਾਜ ਕਰੂਗਾ, ਉਹਦੀ ਜਾਂਚ ਕਰੂਗਾ। ਪਰ ਜਦੋਂ ਉੱਥੇ ਇਲਾਜ ਕਰਨ ਲੱਗ ਪਵੇ ਡਰਾਈਵਰ, ਆਮ ਬੰਦੇ ਨੂੰ ਤੇ ਵਿਚਾਰੇ ਸਾਡੇ ਵਰਗੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਜਿਹੜਾ ਇੱਥੇ ਬੈਠਾ ਗਲ 'ਚ ਟੂਟੀਆਂ ਪਾ ਕੇ ਵੀ ਇਹ ਕੋਈ ਡਾਕਟਰ ਆ ਤੇ ਜਾਂ ਇਹ ਕਿਸੇ ਡਾਕਟਰ ਦਾ ਡਰਾਈਵਰ ਆ। ਇਹ ਦਵਾਈਆਂ ਵੀ ਲਿਖੀ ਜਾਂਦਾ ਤੇ ਟੈਸਟ ਵੀ ਲਿਖੀ ਜਾਂਦਾ ਤੇ ਮਾਮਲਾ ਪਹੁੰਚ ਗਿਆ ਹਿਊਮਨ ਰਾਈਟ ਤੋਂ। ਜਲੰਧਰ ਦੇ ਵਿੱਚ ਜਨਾਨੀਆਂ ਲਈ, ਔਰਤਾਂ ਦੇ ਲਈ ਵੱਖਰਾ ਠੇਕਾ ਹੋਵੇਗਾ, ਵੂਮਨ ਲਿਕਰ ਸ਼ਾਪ। ਹਾਲਾਂਕਿ ਪੰਜਾਬ ਸਰਕਾਰ ਨੇ ਜਦੋਂ ਵਿਰੋਧੀਆਂ ਦੇ ਨਿਸ਼ਾਨੇ ਤੇ ਆਈ ਤੇ ਲਿਕਰ ਦੇ ਅੱਗੋਂ ਵੂਮਨ ਸ਼ਬਦ ਹਟਾ ਦਿੱਤਾ ਗਿਆ। ਪਰ ਜਿਹੜੀ ਤਸਵੀਰ ਸਾਹਮਣੇ ਆਈ ਹੈ, ਸਰਕਾਰ ਤੇ ਇਹ ਕਹਿ ਕੇ ਵਾਅਦਾ ਕਰਕੇ ਆਈ ਸੀ ਵੀ ਅਸੀਂ ਪੰਜਾਬ 'ਚੋਂ ਨਸ਼ਾ ਖਤਮ ਕਰਾਂਗੇ, ਪਰ ਨਸ਼ਾ ਖਤਮ ਹੋਣ ਦਾ ਨਾਂ ਨਹੀਂ ਲਿਆ। ਤੇ ਜਿਹੜੀ ਰਿਪੋਰਟ ਸਾਹਮਣੇ ਆਈ ਹੈ, ਕਿਸ ਤਰ੍ਹਾਂ ਔਰਤਾਂ ਨਸ਼ੇ ਦਾ ਸ਼ਿਕਾਰ ਹੋ ਰਹੀਆਂ, ਇੱਥੇ ਵੀ ਗੱਲਬਾਤ ਕਰਾਂਗੇ। ਕਾਂਗਰਸ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ। ਇੱਕ ਸਾਬਕਾ ਪ੍ਰਧਾਨ ਨੂੰ ਮੌਜੂਦਾ ਪ੍ਰਧਾਨ ਚੇਤਾਵਨੀ ਦੇ ਰਹੇ ਵੀ ਆ ਜਾ ਮੈਦਾਨ 'ਚ ਕਰ ਲੜ, ਤੇ ਫਿਰ ਤੈਨੂੰ ਦੱਸਾਂਗਾ ਵੀ ਕਾਂਗਰਸ ਤਗੜੀ ਕਿ ਜਿਹੜੀ ਪਾਰਟੀ 'ਚ ਤੂੰ ਗਿਆ ਉਹ ਪਾਰਟੀ ਤਗੜੀ। ਸਾਡੇ ਨਾਲ ਸਾਡੇ ਐਕਸਪਰਟ ਗੱਲਬਾਤ ਕਰਾਂਗੇ। ਸ਼ਰਮਾ ਜੀ ਨਮਸਕਾਰ ਜੀ। ਨਮਸਕਾਰ ਜੀ। ਸ਼ਰਮਾ ਜੀ, ਦੇਖੋ ਨਾ, ਆਮ ਬੰਦਾ ਬਿਮਾਰ ਹੁੰਦਾ ਅੱਜ ਕੱਲ੍ਹ, ਤੇ ਵੈਸੇ ਵੀ ਬਹੁਤ ਚਿਕਨਗੁਨੀਆ ਤੇ ਡੇਂਗੂ ਤੇ ਬਹੁਤ ਸਾਰੀਆਂ ਬਿਮਾਰੀਆਂ ਚੱਲੀਆਂ ਹੋਈਆਂ, ਤੇ ਜਾਂਦਾ ਸਰਕਾਰੀ ਹਸਪਤਾਲ ਦੇ ਵਿੱਚ, ਉਹ ਕਹਿੰਦਾ ਵੀ ਉਹਦਾ ਮੇਰਾ ਕੋਈ ਡਾਕਟਰ ਟ੍ਰੀਟਮੈਂਟ ਕਰੂਗਾ, ਕੋਈ ਦਵਾਈ ਦਊਗਾ ਵੀ ਇਹ ਮੈਨੂੰ ਬਚਾਊਗਾ ਬਿਮਾਰ ਹੋਣ ਤੋਂ। ਪਰ ਜਦੋਂ ਉੱਥੇ ਜਾਂਦਾ ਉਹਨੂੰ ਤਾਂ ਵਿਚਾਰੇ ਨੂੰ ਪਤਾ ਨਹੀਂ ਹੁੰਦਾ ਵੀ ਜਿਹੜਾ ਗਲ 'ਚ ਟੂਟੀਆਂ ਪਾ ਕੇ ਬੈਠਾ ਮੇਰੇ ਵਰਗਾ ਸਧਾਰਨ ਆਦਮੀ ਕਿਸੇ ਦਾ ਹੈਗਾ ਤੇ ਡਰਾਈਵਰ ਆ ਤੇ ਕਰੀ ਜਾਂਦਾ ਮਰੀਜ਼ਾਂ ਦਾ ਇਲਾਜ। ਤੇ ਹੁਣ ਗੱਲ ਕਹਿੰਦੇ ਪਹੁੰਚ ਗਈ ਹੈ ਹਿਊਮਨ ਰਾਈਟਸ ਕਮਿਸ਼ਨ ਕੋਲੋਂ ਵੀ ਇਹ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ ਪੰਜਾਬ ਸਰਕਾਰ। ਇੱਕ ਬੰਨੇ ਤੇ ਕਹਿ ਰਹੇ ਵੀ
ਮੁਹੱਲਾ ਕਲੀਨਿਕ ਖੋਲ ਰਹੇ ਆ ਤੇ ਬਹੁਤ ਸਾਰੇ ਜਿਹੜੇ ਆ ਲੋਕਾਂ ਦਾ ਉੱਥੇ ਫਾਇਦਾ ਵੀ ਹੋ ਰਿਹਾ, ਇਲਾਜ ਵੀ ਹੋ ਰਿਹਾ। ਇਹ ਕੀ ਹੈ ਪੂਰਾ ਮਾਮਲਾ? ਵੇਖੋ ਜੀ, ਕੱਲ ਵੀ ਇਹੀ ਇਹ ਮਾਮਲੇ ਤੇ ਰੋਸ਼ਨੀ ਪਾਈ ਸੀ। ਮਾਮਲਾ ਹੈਗਾ ਸਿਵਲ ਹਸਪਤਾਲ ਤਰਨਤਾਰਨ ਦਾ ਜੀ। ਵੇਖੋ, ਸਰਕਾਰ ਦੇ ਡ੍ਰੀਮ ਪ੍ਰੋਜੈਕਟ ਹੀ ਦੋ, ਹੈਲਥ ਤੇ ਐਜੂਕੇਸ਼ਨ ਜੀ। ਪਰ ਉੱਥੇ ਤੇ ਸਰਕਾਰ ਦੇ ਡ੍ਰੀਮ ਪ੍ਰੋਜੈਕਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਜੇ ਇਹੋ ਜਿਹਾ ਡ੍ਰੀਮ ਪ੍ਰੋਜੈਕਟ ਹੋਵੇ ਜਿਹੋ ਜਿਹਾ ਸਿਵਲ ਹਸਪਤਾਲ ਤਰਨਤਾਰਨ ਦਾ, ਤੇ ਫਿਰ ਤੇ ਕੋਈ ਡ੍ਰੀਮ ਪ੍ਰੋਜੈਕਟ ਦਾ ਵੈਲਿਊ ਨਹੀਂ ਰਹਿੰਦੀ ਜੀ। ਧੱਜੀਆਂ ਉੱਡਦੀਆਂ ਨਿਯਮਾਂ ਦੀਆਂ, ਨਿਯਮਾਂ ਕਾਨੂੰਨ ਦੀਆਂ ਧੱਜੀਆਂ, ਦਲਾਲਾਂ ਦਾ ਰਾਜ ਆ ਉੱਥੇ ਜੀ। ਹੁਣ ਵੇਖੋ, ਹਿੰਦੁਸਤਾਨ ਟਾਈਮਜ਼ ਦੇ ਇੱਕ ਨਿਊਜ਼ ਛਪੀ ਸੀ ਵੀ ਡੀਐਮਸੀ ਦਾ ਡਰਾਈਵਰ ਉੱਥੇ ਮਰੀਜ਼ਾਂ ਨੂੰ ਵੇਖ ਰਿਹਾ ਉਹਨਾਂ ਦੇ ਕਮਰੇ ਦੇ ਵਿੱਚ, ਡੀਐਮਸੀ ਦੇ ਐਬਸੈਂਸ ਦੇ ਵਿੱਚ। ਡਿਪਟੀ ਮੈਡੀਕਲ ਕਮਿਸ਼ਨਰ ਸਾਹਿਬ ਉਹਨਾਂ ਦਾ ਬੜੀ ਵੱਡਾ ਨਾਮ ਹੈ ਉਹ ਪੋਸਟ, ਵੀ ਡਿਪਟੀ ਵਿੱਚ ਮੈਡੀਕਲ ਨਾ ਹੋਵੇ ਤੇ ਕਮਿਸ਼ਨਰ ਬਣ ਜਾਂਦਾ ਹੈ। ਡਿਪਟੀ ਮੈਡੀਕਲ ਕਮਿਸ਼ਨਰ ਪਟਾ ਸਾਹਿਬ ਜੀ ਤੇ ਮੈਡੀਕਲ ਸਪੈਸ਼ਲਿਸਟ ਆ, ਤੇ 26 ਨੰਬਰ ਕਮਰਾ ਉਹਨਾਂ ਨੂੰ ਇੱਕ ਅਲਾਟ ਹੋਇਆ ਆ ਮਰੀਜ਼ ਵੇਖਣ ਵਾਸਤੇ ਜੀ। ਤੇ ਉਹ ਉੱਥੇ ਆਂਦੇ ਵੀ ਮਰੀਜ਼ ਵੇਖ ਰਿਹਾ ਤੇ ਟੈਸਟ ਵੀ ਲਿਖ ਲਿਆ। ਟੈਸਟ ਲਿਖ ਕੇ ਤੇ ਬਾਹਰ ਲੈਬੋਰਟਰੀਆਂ ਤੇ ਭੇਜ ਰਿਹਾ ਜੋ ਉੱਥੇ ਹੈਗਾ, ਪਰ ਤੇ ਮੋਟੀ ਕਮਿਸ਼ਨ ਵੀ ਲੈ ਰਿਹਾ ਜੀ। ਤੇ ਉਹ ਆਂਦੇ ਵੀ ਇੱਕ ਔਰਤ ਹੀ ਜਸਪ੍ਰੀਤ ਕੌਰ ਪਿੰਡ ਧੁੰਦਾ ਦੀ, ਉਹਨੇ ਜੁਲਾਈ 31 ਨੂੰ ਸਿਵਲ ਸਰਜਨ ਨੂੰ ਇਸ ਸੰਬੰਧੀ ਸ਼ਿਕਾਇਤ ਵੀ ਕੀਤੀ ਜੀ। ਤੇ ਐਸਐਮਓ ਸਾਹਿਬ ਨੂੰ ਮੈਂ ਦੱਸਿਆ ਸੀ, ਉਹਦੇ ਹੱਥ ਦੀ ਲਿਖੀ ਪਰਚੀ ਵੀ ਦਿੱਤੀ ਸੀ ਜੀ, ਜਿਹਦੇ ਥੱਲੇ ਪੱਡਾ ਸਾਹਿਬ ਦੀ ਸਟੈਂਪ ਲੱਗੀ ਤੇ ਸਾਈਨ ਵੀ ਹੋਏ ਜੀ। ਸਿਵਲ ਸਰਜਨ ਨੇ ਉਸ ਤੋਂ ਬਾਅਦ ਇੱਕ ਆਦੇਸ਼ ਵੀ ਕੱਢੇ ਵੀ ਕੋਈ ਵੀ ਜਿਹੜਾ ਬੰਦਾ ਬਾਹਰਲੀ ਬੰਦਾ ਬਹਿ ਕੇ ਕੋਈ ਨਾ ਕੋਈ ਮਰੀਜ਼ ਵੇਖ ਸਕਦਾ, ਤੇ ਉਹ ਬੰਦੇ ਨੂੰ ਉਹਨਾਂ ਨੇ ਆਂਦੇ ਭਜਾ ਵੀ ਦਿੱਤਾ ਡਰਾਈਵਰ ਨੂੰ। ਮਤਲਬ ਰਟਾਇਆ ਕੰਮ ਜੋ ਚੱਲਦਾ, ਹਾਂ ਜੋ ਚੱਲਦਾ ਵੀ ਚਲੋ। ਜਿਹੜੀ ਉਹ ਸਲੀਅਰ ਸਾਡੀ ਟੀਮ ਨੇ ਵੇਖੀ, ਉੱਥੇ 7, 8 ਤੇ 3 ਨੰਬਰ ਕਮਰਾ ਇੱਕ ਜੀ। ਉੱਥੇ ਵੀ ਬਾਹਰੀ ਏਜੰਟ ਵਹਿੰਦੇ ਆ। ਇੱਕ ਦੁਕਾਨਦਾਰ ਆ ਬਾਹਰ, ਉਹਨੇ ਕੋਲ ਲੈਬੋਰਟਰੀ ਵੀ ਖੋਲੀ ਹੋਈ ਆ ਜੀ, ਤੇ ਸਕੈਨ ਸੈਂਟਰ ਵੀ ਖੋਲਿਆ। ਉਹਦੇ ਕਰਿੰਦੇ ਬੈਠ ਕੇ ਆਂਦੇ ਉਹਨਾਂ ਆਇਡੈਂਟੀ ਕਾਰਡ ਵੀ ਬਣਾਏ ਆ ਜਾਲੀ ਜਾਲੀ ਜੀ। ਉਹ 7, 8 ਤੇ 3 ਕਮਰੇ ਬਹਿ ਕੇ ਪਿਛਲੀ ਵਿੰਡੋ ਥਾਣੀ ਦਵਾਈਆਂ ਵੀ ਚੈੱਕ ਕਰਦੇ ਆ, ਜਿਹੜੀ ਮਰੀਜ਼ ਨੂੰ ਲਿਖ ਕੇ ਦਿੰਦੇ ਆ। ਲਿਖੀ ਲਿਖਵਾਈ ਆ ਉਹ ਆਈ ਕਿ ਨਹੀਂ ਆਈ, ਤੇ ਐਮਆਰਆਈ ਤੱਕ ਬਾਹਰ ਭੇਜਦੇ ਆ ਵੀ ਜਦੋਂ ਅੰਦਰ ਕ੍ਰਿਸ਼ਨਾ ਸੈਂਟਰ ਖੁੱਲਿਆ ਘੱਟ ਰੇਟਾਂ ਦੇ ਐਮਆਰਆਈ, ਤੇ ਫਿਰ ਬਾਹਰ ਕਿਉਂ ਜਾਂਦੀ ਆ? ਤੇ ਫਿਰ ਜੀ ਫਿਰ ਇਹ ਉਦੋਂ ਹੋਏ ਜਦੋਂ ਸਿਹਤ ਮੰਤਰੀ ਪੰਜਾਬ ਦੇ ਆਪ ਡਾਕਟਰ ਨੇ, ਹਾਂ, ਉਹਨਾਂ ਨੂੰ ਪਤਾ ਹੈ ਥੋੜਾ ਕਰਕੇ ਗਏ ਤਾਂ ਮਤਲਬ ਸਿਹਤ ਮੰਤਰੀ ਦਾ ਡਰ ਨਹੀਂ ਰਹਿ ਗਿਆ ਇਹਨਾਂ ਨੂੰ। ਹੁਣ ਇਹਨਾਂ ਦੋ ਅਧਿਕਾਰੀਆਂ ਦੀ ਲੜਾਈ ਨਾਲ ਮਹਿਕਮੇ ਦਾ ਅਕਸ਼ ਖਰਾਬ ਹੋ ਰਿਹਾ ਜੀ। ਉਹ ਜਿਹੜੀ ਇੰਗਲਿਸ਼ 'ਚ ਖਬਰ ਸਿਖਾਇਆ ਵੀ ਆ, ਉਹਦਾ ਸੂਮੋਟੋ ਕੰਸੀਡੈਂਸ ਲਿਆ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਨੇ ਜੀ। ਤੇ ਉਹਨਾਂ ਦੇ ਚੇਅਰਪਰਸਨ ਆ ਜਸਟਿਸ ਸੰਤ ਪ੍ਰਕਾਸ਼, ਉਹਨਾਂ ਨੇ ਡਾਇਰੈਕਟਰ ਹੈਲਥ ਕੋਲੋਂ ਰਿਪੋਰਟ ਮੰਗ ਲਈ ਆ ਵੀ ਇਹਦੀ ਸਾਰੀ ਜਾਂਚ ਕਰਕੇ ਰਿਪੋਰਟ 12 ਸਤੰਬਰ ਤੱਕ ਤੋਂ ਪਹਿਲਾਂ ਸਬਮਿਟ ਕੀਤੀ ਜਾਵੇ। ਕੱਲ ਮੇਰੀ ਡਾਇਰੈਕਟਰ ਹੈਲਥ ਨਾਲ ਗੱਲ ਹੋਈ ਸੀ, ਉਹਨਾਂ ਨੇ ਦੱਸਿਆ ਸੀ ਵੀ ਅਸੀਂ ਜਿਹੜੀ ਇਹ ਮਹਿਕਮੇ ਦੀ ਆ ਜਿਹੜੀ ਜਾਂਚ ਆ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਵਿਜੇ ਕੁਮਾਰ ਨੂੰ ਦੇਤੀ ਆ ਜੀ। ਤੇ ਡਾਕਟਰ ਵਿਜੇ ਦਾ ਬਿਆਨ ਵੀ ਲੱਗਾ, ਤੁਹਾਡੀ ਵੀ ਗੱਲ ਹੋਈ ਆ ਤੇ ਬਿਆਨ ਵੀ ਲੱਗਾ ਅਖਬਾਰ 'ਤੇ। ਮੈਂ ਜਾਂਚ ਸ਼ੁਰੂ ਕਰਕੇ 1 ਹਫ਼ਤੇ ਦੇ ਵਿੱਚ ਰਿਪੋਰਟ ਆਪਣੀ ਸਬਮਿਟ ਕਰ ਦੂੰਗਾ। ਮੇਰੀ ਹੁਣੇ ਗੱਲ ਹੋਈ ਉਹਨਾਂ ਨਾਲ ਡਾਕਟਰ ਵਿਜੇ ਕੁਮਾਰ ਨਾਲ, ਕਹਿੰਦੇ ਵੀ ਸੋਮਵਾਰ ਤੋਂ ਮੈਂ ਜਾਂਚ ਸ਼ੁਰੂ ਕਰ ਰਿਹਾ। ਤੇ ਪਰ ਦੇਖੋ ਰਕੇਸ਼ ਜੀ, ਇਹ ਅੱਗੇ ਵੀ ਕਈ ਵਾਰੀ ਖਬਰਾਂ ਸਾਹਮਣੇ ਆਉਂਦੀਆਂ ਵੀ ਕਈ ਹਸਪਤਾਲ ਐਸੇ ਨੇ, ਸਾਰੇ ਨਹੀਂ, ਜਿੱਥੇ ਦਰਜਾ 4 ਕਰਮਚਾਰੀ ਮਰੀਜ਼ ਨੂੰ ਐਮਰਜੈਂਸੀ ਦੇ ਵਿੱਚ ਟਾਂਕੇ ਲਾਉਂਦੇ ਨੇ। ਮੈਂ ਕਹਿੰਦਾ ਜੀ ਸਿਵਲ ਹਸਪਤਾਲ ਸਰ ਵੇਖ ਲਓ, ਉੱਥੇ ਦਰਜਾ 4 ਦੀ ਦਰਜਾ 4 ਛੱਡੋ, ਸਵੀਪਰ ਇੱਕ ਚੌਕੀਦਾਰ ਉੱਥੇ ਡਿਊਟੀ ਕਰਦਾ ਦਰਜਾ 4 ਦੀ, ਉਹ ਟਾਂਕੇ ਲਾਉਂਦਾ। ਸਾਰੇ ਸਵੀਪਰ ਲਾਉਂਦੇ ਆ ਟਾਂਕੇ, ਕਿਹੜੀ ਫੋਟੋਆਂ ਖਿੱਚੀਆਂ। ਤੇ ਮੰਤਰੀ ਸਾਹਿਬ ਫਿਰ ਸਿਰਫ ਜਦੋਂ ਈਐਮ ਉੱਠਦੇ ਨਹੀਂ ਕੁਰਸੀ ਤੋਂ ਲਾਉਣ ਵਾਸਤੇ, ਤੇ ਸਵੀਪਰ ਨੇ ਲਾਣੇ ਕਿਸੇ ਨਾ ਉਹਨੂੰ ਕਿਤੇ ਲਾ ਦੀ। ਰਕੇਸ਼ ਜੀ ਫਿਰ ਰਣਜੀਤ ਕਿੱਥੇ ਲਾ ਦੀ, ਫਲਾਣਾ ਕਿੱਥੇ ਲਾ ਦੀ। ਨਹੀਂ ਰਕੇਸ਼ ਜੀ, ਫਿਰ ਇਹ ਮੰਤਰੀ ਸਾਹਿਬ ਸਿਰਫ ਹਾਰ ਪਵਾਉਣ ਤੇ ਬੁੱਕੇ ਲੈਣ ਆਉਂਦੇ ਆ। ਇਹ ਬੁੱਕੇ ਲੈਣ ਆਉਂਦੇ। ਮੈਂ ਉਹਨਾਂ ਦੇ ਓਐਸਡੀ ਨੇ ਕੋਈ ਕਿਹਾ ਸੀ ਵੀ ਤੁਸੀਂ ਦੱਸ ਕੇ ਨਾ ਆਓ, ਸਾਡੇ ਨਾਲ ਦੌਰਾ ਕਰੋ, ਤੁਹਾਨੂੰ ਸਲੀਤ ਵਿਖਾਈਏ ਵੀ ਇਹ ਤੇ ਹੈਗੀ ਆ। ਤੁਸੀਂ ਸਲੀਤ ਵੇਖਦੇ ਨਹੀਂ ਚਾਹੁੰਦੇ, ਤੁਸੀਂ ਤੇ ਬੁੱਕੇ ਲੈਣ ਆਉਂਦੇ ਜੇ ਚਾਹ ਪੀ ਲਈ ਤੇ ਆਪਣਾ ਮਤਲਬ ਕਿ ਕਿਸਮ ਦੀ ਪਿਕਨਿਕ ਬਣਾ ਕੇ ਵਾਪਸ ਚੱਲ ਗਏ। ਸਵਾਗਤ ਕਰਾਉਣ ਆਉਂਦੇ, ਆਮ ਆਦਮੀ ਨੂੰ ਸਵਾਗਤ ਕਰਾਉਣ ਲੱਗ ਪਏ। ਕਰਨਲ ਸਾਹਿਬ ਨੇ ਮੈਨੂੰ ਕਿਹਾ ਵੀ ਉਹਨਾਂ ਦੇ ਓਐਸਡੀ ਨੇ ਵੀ ਅਸੀਂ ਐਰ ਕੇ ਆਵਾਂਗੇ, ਤੁਹਾਨੂੰ ਜਦੋਂ ਆਵਾਂਗੇ ਦੱਸ ਕੇ ਆਵਾਂਗੇ। ਤੇ ਉਹਨਾਂ ਦੱਸਦਾ ਕਿ ਫੋਨ ਨਹੀਂ ਚੁੱਕਦੇ। ਫਿਰ ਮੇਰੀ ਉੱਥੋਂ ਦੇ ਐਸਐਮਓ ਨਾਲ ਤਰਨਤਾਰਨ ਨਾਲ ਗੱਲ ਹੋਈ। ਮੈਂ ਕਿਹਾ ਜੀ 7, 8, 3 ਕਮਰੇ 'ਚ ਵੀ ਦਲਾਲ ਬਹਿੰਦੇ ਆ, ਏਜੰਟ ਬਹਿੰਦੇ, ਬਾਜੀ ਵਿਅਕਤੀ, ਉਹਨਾਂ ਦਾ ਕੀ ਆ? ਆਉਂਦੇ ਵੀ ਉੱਥੇ ਰਸ਼ ਬੜਾ, ਬੰਦੇ ਤੇ ਬੰਦਾ ਚੜਿਆ ਹੁੰਦਾ। ਉਹ ਤੇ ਮੇਰੇ ਕੋਲ ਸਿਕਿਉਰਿਟੀ ਗਾਰਡ ਮੰਗਦੇ ਆ ਡਾਕਟਰ, ਤੇ ਉਹ ਸਿਰ ਪਰਚੀਆਂ ਫੜਨ ਵਾਸਤੇ ਉਹਨਾਂ ਰੱਖੇ ਆ। ਵੇਖੋ ਬੰਦਾ ਭਾਵੇਂ ਪਰਚੀਆਂ ਫੜਨ ਰੱਖਿਆ, ਜਿਹੜਾ ਪਰਚੀਆਂ ਅਜੇ ਫੜਦਾ ਕੱਲ ਉਹਨੇ ਪਰਚੀ ਲਿਖਣ ਲੱਗ ਪੈਣੀ ਡਾਕਟਰ ਦੀ ਐਬਸੈਂਸ ਦੇ ਵਿੱਚ। ਗੱਲ ਤੇ ਦਲਾਲ ਹੀ ਹੋਏ ਨਾ।
ਹੁਣ ਉਹ ਡੀਐਮਸੀ ਰੋਕ ਲਾਉਂਦੇ ਆ ਵੀ ਮੈਂ ਜਿਹੜਾ ਡੀਐਮਸੀ ਨਾਲ ਜਦੋਂ ਗੱਲ ਕਰਦੇ ਆ ਉਹ ਆਂਦੇ ਵੀ ਡਾਇਰੈਕਟਰ ਹੈਲਥ ਦੀ ਇੱਕ ਚਿੱਠੀ ਜੀ ਜਿੰਨੇ ਵੀ ਪ੍ਰੋਗਰਾਮ ਅਫਸਰ ਹੈਗੇ ਆ ਜ਼ਿਲ੍ਹਾ ਪੱਧਰ ਦੇ ਹਸਪਤਾਲ ਜਿਹੜੇ ਸਪੈਸ਼ਲਿਸਟ ਹੈਗੇ ਜ਼ਿਲ੍ਹਾ ਪੱਧਰ ਦੇ ਹਸਪਤਾਲ ਤੇ ਬਹਿ ਕੇ 2-2 ਘੰਟੇ ਘੱਟੋ ਘੱਟ ਓਪੀਡੀ ਜ਼ਰੂਰ ਕਰਨਗੇ ਜੀ। ਵੇਖੋ ਜੀ ਡਾਇਰੈਕਟਰ ਜਦੋਂ ਹੈਲਥ ਦੀ ਚਿੱਠੀ ਆਈ ਪੰਜਾਬ ਸਰਕਾਰ ਦੀ ਤੇ ਪਹਿਲਾਂ ਅਫਸਰ ਆਣੇ ਸ਼ੁਰੂ ਹੋਏ ਭਾਵੇਂ ਚਾਹ ਪੀ ਕੇ ਚੱਲ ਜਾਂਦੇ 2-2 ਘੰਟੇ ਆਉਣ ਲੱਗ ਪਏ ਸਿਵਲ ਹਸਪਤਾਲਾਂ ਦੇ ਵਿੱਚ ਜੀ। ਮਗਰੋਂ ਪਤਾ ਨਹੀਂ ਉਹ ਕਿਹੜੀ ਖੇਪ ਪੈ ਗਈ ਉਹ ਚਿੱਠੀ ਦੇ ਉੱਤੇ ਮਿੱਟੀ ਪੈ ਗਈ। ਆਣੇ ਛੱਡਦਾ ਮਿੱਟੀ ਪੈ ਜੀ। ਗਈ ਪਰ ਇਹ ਜਿਹੜੇ ਅਫਸਰ ਸਾਹਿਬ ਹੈ ਨਹੀਂ ਡੀਐਮਸੀ ਸਾਹਿਬ ਇਹ ਦੇਸ਼ਾਂ ਦੀ ਪਾਲਣਾ ਕਰਦੇ ਸੀ ਤੇ ਇਹ ਓਪੀਡੀ ਵੇਖ ਰਹੇ ਆਂਦੇ ਵੀ ਮੇਰੇ 26 ਨੰਬਰ ਕਮਰੇ 'ਚ ਦਿਲ ਦੇ ਮਰੀਜ਼ਾਂ ਨੂੰ ਵੇਖਣ ਦੀ ਡਿਊਟੀ ਲਾਈ ਜੀ। ਆਂਦੇ ਵੀ ਇਹ ਐਸਐਮਓ ਆਂਦਾ ਹੈ ਸਿਵਲ ਹਸਪਤਾਲ ਇੱਕ ਦਿਨ ਮੇਰੇ ਕਮਰੇ ਨੂੰ ਠੁੱਡੇ ਮਾਰਦਾ ਅਗਲੇ ਦਿਨ ਤਾਲਾ ਮਾਰ ਦਿੰਦਾ ਆਂਦੇ ਜਦੋਂ ਮੈਂ ਆ ਕੇ ਮੈਂ ਮੀਟਿੰਗ 'ਚ ਗਿਆ ਮੈਂ ਜਦੋਂ ਵਾਪਸ ਆਇਆ ਮੈਨੂੰ ਪੁੱਛਿਆ ਐਸਐਮਓ ਸਿਵਲ ਹਸਪਤਾਲ ਤਰਨਤਾਰਨ ਨੂੰ ਵੀ ਤੁਸੀਂ ਮੇਰੇ ਕਮਰੇ ਠੁੱਡੇ ਮਾਰੇ ਤਾਲਾ ਕਿਉਂ ਮਾਰਿਆ ਆਂਦੇ ਉਹਨਾਂ ਮੇਰੇ ਨਾਲ ਬਦਸਲੂਕੀ ਕੀਤੀ ਤੇ ਮੇਰੇ ਮਾਨ ਤੇ ਸਮਾਨ ਨੂੰ ਠੇਸ ਪਹੁੰਚਾਈ। ਇਹਦਾ ਮਤਲਬ ਇਹ ਨਹੀਂ ਨਾ ਵੀ ਤੁਸੀਂ ਆਪਣਾ ਡਰਾਈਵਰ ਭਾ ਦਿਓ ਉੱਥੇ ਵੀ ਉਹ ਮਰੀਜ਼ ਵੇਖੀ ਜਾਏ ਵੀ ਤੁਹਾਡੇ ਮਾਨ ਸਮਾਨ ਨੂੰ ਠੇਸ ਲੱਗੀ ਤੁਸੀਂ ਕੋਈ ਤੇ ਲਿਖਤੀ ਸ਼ਿਕਾਇਤ ਕੀਤੀ ਐਸਐਮਓ ਸਾਹਿਬ ਦੀ? ਹਾਂ ਲਿਖਤੀ ਸ਼ਿਕਾਇਤ ਕਰਤੀ ਤੇ ਕਾਰਵਾਈ ਨਹੀਂ ਉਹਨਾਂ ਲਿਖਤੀ ਸ਼ਿਕਾਇਤ ਸਿਵਲ ਸਰਜਨ ਨੂੰ ਕਰਤੀ ਜੀ। ਇਹ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਨੂੰ ਕਰਤੀ ਡੀਸੀ ਤਰਨਤਾਰਨ ਨੂੰ ਕੀਤੀ ਤੇ ਉਹਦੀ ਕਾਪੀ ਐਸਐਮਓ ਨੂੰ ਕਰਤੀ। ਉਹ ਆਂਦੇ ਵੀ ਮੈਂ ਲਿਖਤੀ ਸ਼ਿਕਾਇਤ ਕੀਤੀ ਆ ਵੀ ਇਹਨਾਂ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਵੀ ਉਹਨਾਂ ਮੇਰੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਵੀ ਜਿਹੜੇ ਸਰਕਾਰੀ ਹੁਕਮ ਸੀ ਮੈਨੂੰ ਓਪੀਡੀ ਕਰਾਉਣ ਦੇ ਉਹਦੀ ਉਲੰਘਣਾ ਕੀਤੀ। ਮੈਂ ਤਾਂ ਡਾਇਰੈਕਟਰ ਸਾਹਿਬ ਨੂੰ ਦੱਸਿਆ ਸੀ ਉੱਥੇ ਜਿਹੜੇ ਸਿਵਲ ਸਰਜਨ ਦੱਸਦੇ ਪੈਗ ਪਿਆਲੇ ਦੀ ਸ਼ਕੀਨ ਆ ਉਹ ਕੰਮ ਕਰ ਡਿਊਟੀ ਦੇ ਘੱਟ ਹੀ ਬਹਿੰਦੇ ਤੇ ਇੰਟਰਸਟ ਵੀ ਨਹੀਂ ਲੈਂਦੇ ਕੋਈ। ਮੈਂ ਕੱਲ ਮੈਨੂੰ ਡਾਇਰੈਕਟਰ ਸਾਹਿਬ ਨੂੰ ਵੀ ਦੱਸਿਆ ਸੀ ਵੀ ਉਹ ਸਿਵਲ ਸਰਜਨ ਜਿਹੜੇ ਆ ਵੀ ਕੋਈ ਕਾਬਲ ਨਹੀਂ ਹੈਗੇ ਕੋਈ ਕੰਮ ਕਰ ਨਹੀਂ ਕਰਦੇ। ਦੇਖੋ ਦੋ ਅਧਿਕਾਰੀਆਂ ਦੀ ਲੜਾਈ ਨਾਲ ਮਹਿਕਮੇ ਦਾ ਅਕਸ਼ ਜਨਤਾ 'ਚ ਕਿੰਨਾ ਖਰਾਬ ਹੋ ਰਿਹਾ। ਜੀ ਫਿਰ ਇਹਨਾਂ ਨੇ ਚਿੱਠੀ ਲਿਖੀ ਜਦੋਂ ਸ਼ਿਕਾਇਤ ਕੀਤੀ ਉੱਥੇ 1-2 ਲਾਈਨਾਂ ਲਿਖ ਦਿੰਦੇ ਵੀ ਮੇਰੀ ਥਾਂ ਤੇ ਮੇਰੇ ਡਰਾਈਵਰ ਨੂੰ ਮਰੀਜ਼ ਵੇਖਣ ਦੀ ਇਜਾਜ਼ਤ ਨਹੀਂ ਮੇਰੇ ਕਿਸੇ ਡਰਾਈਵਰ ਨੇ ਮਰੀਜ਼ ਵੇਖਿਆ ਹੀ ਨਹੀਂ। ਚਲੋ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਉਹ ਕਹਿੰਦੇ ਮੈਨੂੰ ਸਾਜ਼ਿਸ਼ ਦਾ ਹਿੱਸਾ ਬਣਾਇਆ ਫੋਟੋਆਂ ਨਸ਼ਰ ਹੋ ਗਈਆਂ ਜੀ ਤੇ ਫੋਟੋਆਂ ਨਸ਼ਰ ਅੱਜ ਦੀਆਂ ਹੋਈਆਂ ਅੱਜ ਵੀ ਅਖਬਾਰ ਚ ਆਈਆਂ ਫੋਟੋਆਂ 8 ਨੰਬਰ ਕਮਰੇ ਦੇ ਬਾਹਰ ਏਜੰਟ ਜਿਹੜੇ ਆ ਉਹ ਵੇਖਣ ਦੇ ਆ। ਚਲੋ ਰਕੇਸ਼ ਜੀ ਉਹ ਦੇਖੋ ਉਹਨਾਂ ਨੇ ਐਸਐਮ ਨੇ ਮੈਨੂੰ ਦੱਸਿਆ ਵੀ ਅੰਦਰ ਜਦੋਂ ਮੈਂ 26 ਨੰਬਰ ਕਮਰੇ ਗਿਆ ਮੇਰੇ ਕੋਲ ਇੱਕ ਜਨਾਨੀ ਨੇ ਸ਼ਿਕਾਇਤ ਆ ਕੇ ਕੀਤੀ ਵੀ 2000 ਰੁਪਏ ਦੀ ਮੈਂ ਦਵਾਈ ਲੈਤੀ 800 ਰੁਪਏ ਮੇਰਾ ਕੋਲ ਹੀ ਖਾਤੇ ਦਾ ਤੇ ਇੱਕ ਅਨਆਥੋਰਾਈਜ਼ਡ ਬੰਦਾ ਉੱਥੇ ਖਲੋਤਾ ਸੀ ਤੇ ਮੈਂ ਉਹਨੂੰ ਕਿਹਾ ਭਜਾਇਆ ਵੀ ਤੂੰ ਕੀ ਕਰਦਾ ਇੱਥੇ। ਰਕੇਸ਼ ਜੀ ਇਹ ਤੇ ਦੇਖੋ ਕਾਲਾ ਸੱਚ ਆ ਵੀ ਇੱਥੇ ਬਹੁਤ ਸਾਰੇ ਅੰਮ੍ਰਿਤਸਰ ਦੇ ਵਿੱਚ ਵੀ ਐਸੇ ਬਹੁਤ ਸਾਰੇ ਹਰ ਜਗ੍ਹਾ ਤੇ ਇਹ ਕੰਮ ਹੈਗਾ। ਇਹਨਾਂ ਨੇ ਆਪਣੇ ਡਾਕਟਰਾਂ ਨਾਲ ਏਜੰਟ ਲਿਆਂਦੇ ਹੁੰਦੇ ਦਵਾਈਆਂ ਚੈੱਕ ਕਰਦੇ ਆ ਔਰ ਟੀਵੀ ਹਸਪਤਾਲ ਦੇ ਵੇਖੋ ਉਹ ਵੇਚ ਕੇ ਦਵਾਈਆਂ ਨਾਲ ਦਾ ਰੋਜ਼ ਸਾਫ਼ ਕਰਕੇ ਲਾਏਗਾ। ਟੀਵੀ ਵਾਲਾ ਤੈਨੂੰ ਨਾਲ ਲੈ ਕੇ ਆਂਦਾ ਰਕੇਸ਼ ਜੀ ਉਹ ਬੜਾ ਢੀਠ ਦੇ ਮਾਰੋ ਆਹੋ ਨਾਲ ਹੀ ਲੈ ਕੇ ਆਂਦਾ ਦਵਾਈ ਵੇਚ ਕੇ ਤੇ ਨਾਲ ਹੀ ਸਾਫ਼ ਕਰਕੇ ਲੈ ਜਾਂਦਾ। ਹਰ ਜਗ੍ਹਾ ਤੇ ਇਦਾਂ ਦੇ ਹੈਗੇ ਆ। ਹੁਣ ਸਰਕਾਰ ਨੇ ਕਿਹਾ ਵੀ ਸਿਰਫ ਸਾਲਟ ਲਿਖੋ ਜਿਹਨਾਂ ਸਾਲਟ ਲਿਖੇ ਤੇ ਦਵਾਈਆਂ ਨਾਲ ਬਾਹਰ ਸੈੱਟ ਕਰ ਲਿਆ ਵੀ ਜੋ ਮਰਜ਼ੀ ਅਸੀਂ ਲਿਖੀਏ ਭੇਜਣੀ ਦਵਾਈ ਉਹੀ ਹੋ ਚਲੋ ਜਿਹੜੀ ਜਿੱਤੋਂ ਕਮਿਸ਼ਨ ਆਉਂਦੀ ਆ। ਵੇਖੋ ਬਹੁਤ ਮਹਿਕਮੇ ਦਾ ਅਕਸ਼ ਖਰਾਬ ਹੋਇਆ। ਸਰਕਾਰ ਨੂੰ ਮੈਟਰ ਸੀਰੀਅਸਲੀ ਲੈਣਾ। ਦੋ ਅਧਿਕਾਰੀਆਂ ਦੀ ਲੜਾਈ ਕਰਕੇ ਸਾਰੇ ਸਿਹਤ ਵਿਭਾਗ ਦੀ ਬਦਨਾਮੀ ਹੋ ਗਈ ਜੇ। ਚਲੋ ਦੇਖੋ ਉਮੀਦ ਕਰਦੇ ਹਾਂ ਕਿਉਂਕਿ ਸਰਕਾਰ ਬਦਲਾਵ ਦੇ ਨਾਂ ਤੇ ਆਈ ਸੀ ਤੇ ਲੋਕਾਂ ਨੂੰ ਵਾਅਦਾ ਕੀਤਾ ਸੀ ਵੀ ਸਿਹਤ ਸੇਵਾਵਾਂ ਵਧੀਆ ਦੇਵਾਂਗੇ ਤੇ ਕੇਜਰੀਵਾਲ ਸਾਹਿਬ ਵੀ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਮੇਸ਼ਾ ਹੀ ਕਹਿੰਦੇ ਨੇ ਵੀ ਅਸੀਂ ਇੰਨੇ ਲੋਕਾਂ ਦੇ ਇਲਾਜ ਕਰਤਾ ਇੰਨੇ ਟੈਸਟ ਫ੍ਰੀ ਕਰਤੇ ਪਰ ਜਿੱਥੇ ਇਹ ਵੀ ਦੇਖੋ ਵੀ ਕੋਈ ਬਾਹਰੀ ਬੰਦਾ ਕੋਈ ਏਜੰਟ ਤੇ ਨਹੀਂ ਮਰੀਜ਼ਾਂ ਨੂੰ ਦੇਖ ਰਿਹਾ ਕੋਈ ਡਰਾਈਵਰ ਹੀ ਤੇ ਨਹੀਂ ਮਰੀਜ਼ ਨੂੰ ਵੇਖ ਰਿਹਾ। ਇਹ ਸਭ ਤੋਂ ਵੱਡਾ ਸਵਾਲ ਹੈ ਕਿ ਦਰਜਾ 4 ਕਰਮਚਾਰੀ ਤੇ ਨਹੀਂ ਮਰੀਜ਼ ਦੇ ਟਾਂਕੇ ਲਾ ਰਿਹਾ ਤੇ ਫਿਰ ਤੁਹਾਡੀਆਂ ਕਾਹਦੀਆਂ ਸਿਹਤ ਸੇਵਾਵਾਂ ਜਦੋਂ ਪਤਾ ਲੱਗੇਗਾ। ਚਾਹੀਦਾ ਆਪਣੀਆਂ ਵੱਖਰੀਆਂ ਟੀਮਾਂ ਬਣਾ ਕੇ ਭੇਜਣ ਮੰਤਰੀ ਸਾਹਿਬ ਬਿਨਾਂ ਦੱਸਿਆ ਆ ਕੇ ਦਾ ਰੇਡ ਕਰਨ ਸਿਵਲ ਸਰਜਨ ਉੱਠ ਕੇ ਰੇਡ ਕਰੇ ਵੀ ਲੈਬਾਂ ਜਿਹੜਾ ਤਾਂ ਵਧੀਆ ਸਮਾਨ ਆਣ ਡਿਆ ਤੇ ਕਿਉਂ ਬਾਹਰ ਦੇ ਲੈਬ ਟੈਸਟ ਕਰਾਏ ਜਾ ਰਹੇ ਆ। ਫਿਰ ਸਰਕਾਰ ਨੇ ਕ੍ਰਿਸ਼ਨਾ ਲੈਬ ਖੋਲੀ ਆ ਘੱਟ ਰੇਟਾਂ ਦੇ ਟੈਸਟ ਹੋਣ ਜਿਹੜੇ ਅੰਦਰ ਨਹੀਂ ਹੁੰਦੇ ਆ ਜਾਂ ਸੀਟੀ ਜਾਂ ਐਮਆਰਆਈ ਉੱਥੇ ਹੋਏ ਫਿਰ ਕਿਉਂ ਐਮਆਰਆਈਆਂ ਬਾਹਰ ਭੇਜੀ ਜਾ ਰਹੀਆਂ। ਇਹ ਵੇਖਣਾ ਤੇ ਅਫਸਰ ਦਾ ਕੰਮ ਹੈ ਜਿਹੜਾ ਉੱਥੇ ਬੈਠਾ ਇਹਦਾ ਮਤਲਬ ਪੂਰਾ ਐਡਮਿਨਿਸਟ੍ਰੇਸ਼ਨ ਹੈਗੀ ਉਹਦੀ। ਰਕੇਸ਼ ਜੀ ਇੱਕ ਗੁਰੂ ਨਾਨਕ ਦੇਵ ਹਸਪਤਾਲ ਕਹਿੰਦੇ ਇੱਕ ਡਾਕਟਰ ਹੈਗਾ ਜੀ ਕਹਿੰਦੇ ਵੀ ਸਵੇਰੇ 9 ਵਜੇ ਆਉਂਦਾ ਅੱਧਾ ਘੰਟਾ ਬਹਿੰਦਾ ਤੇ ਫਿਰ ਕਹਿੰਦੇ ਚੱਲ ਜਾਂਦਾ 2.5-3 ਘੰਟੇ ਆਉਂਦਾ ਹੀ ਨਹੀਂ ਉੱਥੇ। ਉਹਦੇ ਪਿੱਛੋਂ ਵੀ ਜਿਹੜਾ ਬੰਦਾ ਕੋਈ ਕਹਿੰਦੇ ਵੀ ਉਹ ਪੂਰਾ ਕੰਮ ਚਲਾਈ ਜਾਂਦਾ ਖਿੱਚੀ ਜਾਂਦਾ ਕੰਮ ਆ ਕੇ ਫਿਰ ਹਿਸਾਬ ਕਰਦਾ ਇਹ ਅੱਜ ਕਿੰਨੀ ਦਵਾਈ ਲਿਖੀ ਤੇ ਕੀ ਆ। ਚਲੋ ਇਹ ਹਰ ਥਾਂ ਤੇ ਚੱਲਦਾ ਜੀ ਹਰ ਥਾਂ ਤੇ ਚੱਲਦਾ। ਕਿਹੜੀ ਥਾਂ ਨਹੀਂ ਐਸੀ ਜਿੱਥੇ ਨਹੀਂ ਚੱਲਦਾ ਦੋਦੇ ਧੋਤੇ ਨਹੀਂ ਹੈਗੇ ਜਿੱਥੇ ਕਰੋੜਾਂ ਰੁਪਏ ਲਾ ਕੇ ਡਾਕਟਰ ਬਣੇ ਫਿਰ ਡਾਕਟਰ ਕੋ ਕਿੱਦਾਂ ਤਵੱਜੋ ਕਰਦੇ ਜੇ ਵੀ ਉਹ ਦੇਵਤਾ ਬਣ। ਤੇ ਫਿਰ ਕਿਸ ਦੀ ਗੱਲ ਹੈ ਕਿ ਫਿਰ ਸਰਕਾਰ ਨਹੀਂ ਨਾ ਮੰਨਦੀ ਫਿਰ ਸਰਕਾਰ ਕੋਈ ਸਹੂਲਤਾਂ ਦੇਵੇ। ਅੱਗੇ ਡਾਕਟਰਾਂ ਨੂੰ 4 ਨੂੰ 14 ਦਿੱਤਾ ਜਾਂਦਾ ਸੀ ਕੋਈ ਤਨਖਾਹ 'ਚ ਵਾਧਾ ਹੁੰਦਾ ਸੀ। ਹੁਣ ਵੇਖੋ ਵੀ ਡਾਕਟਰ ਐਨਐਚਐਮ ਤੇ ਲੱਗਦਾ ਉਹਦੀ ਤਨਖਾਹ 60,000
ਤੇ ਜਿਹੜਾ ਹੋ ਸੱਜਣ ਉਹਦੀ ਤਨਖਾਹ 70,000 ਆਉਂਦਾ, ਮੈਂ ਚੰਗਾ ਡਾਕਟਰ ਪੜ੍ਹ ਲੈ ਕੇ ਲਗਾ, ਮੇਰੀ ਤਨਖਾਹ ਜਿਹੜੀ 5,500 ਹੋ ਸੱਜਣ ਦੀ 70,000। ਸਰਕਾਰ ਨੂੰ ਇਹ ਸੋਚਣਾ ਚਾਹੀਦਾ। ਫਿਰ ਇੱਕ ਕਹਿੰਦੇ ਆ ਵੀ ਵਾਕ ਇਨ ਇੰਟਰਵਿਊ ਫਿਰ ਤੀਜੇ ਨੂੰ ਕੋਈ ਡਾਕਟਰ ਕਰਕੇ ਤੁਹਾਡੇ ਕੋਲ ਪਹਿਲਾਂ ਹੀ ਗੱਲ ਸਪੈਸ਼ਲਿਸਟ ਆਉਂਦੇ ਨਹੀਂ, ਜੇ ਕੋ ਆਉਣਾ ਚਾਹੁੰਦੇ ਦੱਸਾਂਗੇ ਵੀ ਇੰਟਰਵਿਊ ਕਦੋਂ ਕਰਨੀ ਆ, ਫਿਰ ਹਰ ਮਹੀਨੇ ਕਰੋ। ਕਿਉਂ ਨਹੀਂ? ਚਲੋ ਦੇਖੋ ਬਹੁਤ ਸਾਰੀਆਂ ਕਮੀਆਂ ਸਰਕਾਰ ਦੇ ਲੈ ਕੇ ਦੇ ਵਿੱਚ 4 ਨੂੰ 14 ਚ ਡਾਕਟਰਾਂ ਨੂੰ ਮਿਲਦਾ ਸੀ ਤੇ ਦਿਓ ਉਹਨਾਂ ਨੂੰ। ਜੀ ਇਹ ਗੱਲਾਂ ਸਾਰੀਆਂ ਤੋਂ ਯਾਦ ਆਉਂਦਾ ਮੈਨੂੰ MLA ਆਮ ਆਦਮੀ ਪਾਰਟੀ ਦੇ ਨਾਰਥ ਤੋਂ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਵੀ ਕਹਿੰਦੇ ਵੀ ਸਿਸਟਮ ਉਹੀ ਆ, ਸਰਕਾਰ ਬਦਲ ਗਈ ਆ, ਸਿਸਟਮ ਜਿਹੜਾ ਥੱਲੇ ਚੱਲ ਰਿਹਾ ਉਹਦਾ ਹੀ ਚੋਰੀ ਚਕਾਰੀ, ਉਹਦਾ ਹੀ ਠੱਗੀ ਠੋਰੀ, ਉਹਦਾ ਹੀ ਸਭ ਕੁਝ ਚੱਲੀ ਜਾਂਦਾ। ਰੁਕ ਜੀ ਅਗਲੀ ਖਬਰ ਤੇ ਆਉਂਦੇ ਆ। ਕਹਿੰਦੇ ਵੀ ਅੰਗਰੇਜ਼ਾਂ ਦੇ ਅਸੀਂ ਕਈ ਵਾਰੀ ਡਿਸਕਸ ਕੀਤਾ ਸੀ, ਮੇਰੀ ਕਾਨੂੰਨ ਮੰਤਰੀ ਜਿਹੜੇ ਦੇਸ਼ ਦੇ ਕਾਨੂੰਨ ਮੰਤਰੀ ਨੇ ਅਰਜੁਨ ਰਾਮ ਮੇਘਵਾਲ, ਉਹਨਾਂ ਨਾਲ ਗੱਲਬਾਤ ਵੀ ਹੋਈ ਸੀ ਇਸ ਮਾਮਲੇ ਨੂੰ ਲੈ ਕੇ, ਤੇ ਉਹਨਾਂ ਨੇ ਕਿਹਾ ਸੀਗਾ ਤੇ ਸਾਨੂੰ ਉਦੋਂ ਮੈਨੂੰ ਲੱਗਦਾ ਸੀ ਵੀ ਬਹੁਤ ਲੰਬੀ ਪ੍ਰਕਿਰਿਆ ਹੋਣੀ, ਪਰ ਹੁਣ ਕੱਲ ਜਿਹੜਾ ਅਮਿਤ ਸ਼ਾਹ ਗ੍ਰਹਿ ਮੰਤਰੀ ਨੇ ਉਹਨਾਂ ਨੇ ਕਹਿਤਾ ਵੀ ਬਹੁਤ ਸਾਰੇ ਐਸੇ ਕਾਨੂੰਨ ਜਿਹੜੇ ਨੇ IPC 1861 ਇੰਡੀਅਨ ਪੈਨਲ ਕੋਡ, CRPC 1860 ਇਹਦੇ 'ਚ ਹੁਣ ਸਰਕਾਰ ਬਦਲਾਵ ਕਰਨ ਜਾ ਰਹੀ ਹੈ। ਵੀ ਜਦੋਂ ਅਸੀਂ ਅਦਾਲਤ 'ਚ ਖਲੋ ਕੇ ਫਿਰ ਕੇਜੀ ਪੜ੍ਹਦੇ ਨਾ ਵੀ IPC 1861 ਤੇ CRPC 1860 ਤੇ ਗੁਲਾਮੀ ਦਾ ਅਹਿਸਾਸ ਤੇ ਉਹਦੇ ਵਿੱਚ ਦਿੰਦਾ ਸੀ ਵੀ ਕਾਨੂੰਨ ਅੰਗਰੇਜ਼ ਚਲੇ ਗਏ, ਕਾਨੂੰਨ ਆਪਣੇ ਛੱਡ ਗਏ ਤੇ ਇਹ ਉਸੇ ਢਰਰੇ ਤੇ ਚਲੇ ਆਉਂਦੇ। ਤੇ ਜਿਹਦੇ ਡਾਕਟਰ ਕੇਜੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਆ ਵੀ ਜਿਹਦੀ ਸਹਾਰਾ ਲੈ ਕੇ ਲਚੀਲੀ ਜਿਹੜੀ ਉਹਦੇ 'ਚ ਸੀਗੇ ਕੋਈ ਕਲਾਜ਼ ਉਹਨਾਂ ਦਾ ਸਹਾਰਾ ਲੈ ਕੇ ਜਿਹੜੇ ਬਚ ਜਾਂਦੇ ਸੀ, ਜਿਹੜੇ ਤੇ ਲੰਬਾ ਕੇਸ ਚੱਲਦਾ। ਤੇ ਹੁਣ ਕਹਿੰਦੇ ਵੀ ਤਰੀਕ ਤੇ ਤਰੀਕ ਨਹੀਂ, ਇਨਸਾਫ ਵੀ ਜਿਹੜਾ ਛੇਤੀ ਲੋਕਾਂ ਨੂੰ ਮਿਲੇਗਾ। ਤੇ ਨਾਲ ਦੀ ਨਾਲ ਸਾਡੀ ਇਹ ਵੀ ਸਰਕਾਰ ਨੂੰ ਇਹ ਬੇਨਤੀ ਹੈ ਵੀ ਜਿਸ ਤਰ੍ਹਾਂ ਦੂਸਰੇ ਦੇਸ਼ਾਂ 'ਚ ਤੁਸੀਂ ਟੈਕਨੋਲੋਜੀ ਵੇਖਣ ਜਾਂਦੇ ਹੋ ਨਾ, ਉਹਨਾਂ ਦਾ ਲਾ ਸਿਸਟਮ ਵੀ ਵੇਖਣ ਜਾਓ ਵੀ ਉੱਥੇ ਲਾ ਐਂਡ ਆਰਡਰ ਕਿਉਂ ਠੀਕ ਹੈ, ਕਿਸ ਤਰ੍ਹਾਂ ਠੀਕ ਹੈ। ਤੇ ਉਹਨੂੰ ਮਤਲਬ ਕਿਉਂਕਿ ਅਸੀਂ ਸੁਪਰ ਪਾਵਰ ਮੰਨ ਦੇ ਸੁਪਨੇ ਵੇਖਦੇ ਹਾਂ। ਅਗਲੀ ਵਾਰੀ ਮੋਦੀ ਸਾਹਿਬ ਨੇ ਆਪ ਕਿਹਾ ਵੀ ਤੀਸਰੀ ਅਸੀਂ ਵੱਡੀ ਜਿਹੜੀ ਅਰਥ ਵਿਵਸਥਾ ਹੋਵਾਂਗੇ, ਤੇ ਲੋਕ ਉਸੇ ਢਰਰੇ ਤੇ ਅੰਗਰੇਜ਼ਾਂ ਵਾਲੇ ਗੁਲਾਮੀ ਦੇ ਢਰਰੇ ਤੇ ਚਲੇ ਜਾਂਦੇ ਨੇ। ਭੰਡਾਰੀ ਸਾਹਿਬ ਇੱਕ ਤੇ ਗੱਲ ਤੁਹਾਡੀ ਸੁਣ ਲਈ, ਸਰਕਾਰ ਨੇ ਕਾਨੂੰਨ ਤੇ ਚੇਂਜ ਕਰਨ ਜਾ ਰਹੇ ਆ ਜੀ। ਚਲੋ ਅੱਗੇ ਦੇ 10 ਸਾਲ 20 ਸਾਲ ਮੁਕੱਦਮਾ ਚੱਲਦਾ ਹੀ, ਉਹਨਾਂ ਨੇ ਇੱਕ ਲਿਮਿਟ ਕਰਤੀ 3 ਸਾਲ ਦੇ ਵਿੱਚ ਇਨਸਾਫ ਦੇਣਾ ਹੀ ਹੋਊਗਾ। ਪੁਲਿਸ 90 ਦਿਨਾਂ ਚਲਾਨ ਪੇਸ਼ ਕਰੂਗੀ, ਅਦਾਲਤ ਦੀ ਮਨਜ਼ੂਰੀ ਨਾਲ ਵੱਧੋ ਵੱਧ 180 ਦਿਨ ਲਾ ਲੂਗੀ। ਉਹ ਆਂਦੇ ਵੀ ਜਿਹੜੀਆਂ ਕਾਨੂੰਨ ਦੀਆਂ ਧਾਰਾਂ ਨਾ ਪੁਰਾਣੀਆਂ ਉਹ ਵੀ ਬਦਲਦੀਆਂ ਜਾਣਗੀਆਂ। ਧੋਖਾਧੜੀ ਦੀ ਧਾਰਾ ਜਿੱਦਾਂ ਅੱਗੇ 420 ਲੱਗਦੀ ਹੁਣ 316 ਲੱਗੂਗੀ। ਹੱਤਿਆ ਦੀ ਧਾਰਾ ਜੇ 302 ਅੱਗੇ ਲੱਗਦੀ ਸੀ ਹੁਣ 99 ਲੱਗੂਗੀ ਜੀ। ਤੇ ਆਂਦੇ ਵੀ ਅਸੀਂ ਟ੍ਰਾਇਲ ਜਿਹੜਾ ਹੋਣਾ 30 ਦਿਨ ਚ ਟ੍ਰਾਇਲ ਕੋਰਟ ਦੇ ਵਿੱਚ 3 ਸਾਲ ਦੇ ਵਿੱਚ ਫੈਸਲਾ ਕਰਨਾ ਹੋਣਾ, ਤੇ ਫੈਸਲਾ ਕਰਨ ਤੋਂ ਬਾਅਦ 30 ਦਿਨ ਦੇ ਵਿੱਚ ਉਹਨੂੰ ਫੈਸਲਾ ਸੁਣਾ ਦੇਣਾ ਹੋਣਾ। ਜਿਹੜੀ 6 ਮਹੀਨੇ ਦਾ ਫੈਸਲਾ ਨਹੀਂ ਦਿੰਦੇ ਹੁੰਦੇ, ਇੱਕ ਸਪਤਾਹ ਦੇ ਵਿੱਚ ਆਂਦੇ ਉਹਨੇ ਵੀ ਕਰਨਾ। ਰਕੇਸ਼ ਜੀ ਇਹਦੇ ਚ ਇਹਨਾਂ ਨੇ ਇਹ ਵੀ ਹੋਰ ਜਿਹੜਾ ਜੋ ਕੀਤਾ ਜੋ ਹੋ ਜਾਵੇ ਵੀ ਜਦੋਂ ਅਸੀਂ ਕਈ ਵਾਰੀ ਗੱਲ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਵੀ ਵਿਜੀਲੈਂਸ ਡਿਪਾਰਟਮੈਂਟ ਕੋਲੋਂ ਮਨਜ਼ੂਰੀਆਂ ਮੰਗਦੀ ਫਿਰਦੀ ਹੈ, ਉਹਦਾ ਬੜਾ ਬਦਲਾਵ ਕੀਤਾ। ਫਿਰ ਕਹਿੰਦੇ ਵੀ ਉਸੇ ਸਹਾਰਾ ਲੈ ਕੇ ਚਲਾਨ ਨਹੀਂ ਪੇਸ਼ ਹੁੰਦਾ, ਇਹ ਜ਼ਮਾਨਤਾਂ ਲੈ ਜਾਂਦੇ ਨੇ। ਤੇ ਹੁਣ ਸਰਕਾਰ ਨੇ ਸ਼ਾਇਦ ਇਹ ਕਹਿਤਾ ਵੀ ਜੇ 120 ਦਿਨਾਂ ਦੇ ਵਿੱਚ ਮਨਜ਼ੂਰੀ ਨਹੀਂ ਦਿੱਤੀ ਇਹ ਤੈਨੂੰ ਹਾਲ ਸਮਝੀ ਜਾਊਗੀ, ਮਨਜ਼ੂਰੀ ਪ੍ਰਵਾਨਗੀ ਸਮਝੀ ਜਾਏਗੀ। ਵੇਖੋ ਇਹ ਸਰਕਾਰ ਨੇ ਬਹੁਤ ਵਧੀਆ ਫੈਸਲਾ ਕੀਤਾ। ਦੇਖੋ ਅਸੀਂ ਸਰਕਾਰ ਦਾ ਧੰਨਵਾਦ ਵੀ ਕਰਦੇ ਹਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ, ਅਮਿਤ ਸ਼ਾਹ ਗ੍ਰਹਿ ਮੰਤਰੀ ਦਾ, ਤੇ ਅਰਜੁਨ ਰਾਮ ਮੇਘਵਾਲ ਜਿਹੜੇ ਕਾਨੂੰਨ ਮੰਤਰੀ ਨੇ। ਮੇਰੀ ਹਫ਼ਤਾ ਪਹਿਲੇ ਉਹਨਾਂ ਨਾਲ ਗੱਲਬਾਤ ਹੋਈ ਸੀ, ਮੈਂ ਉਹਨਾਂ ਦਾ ਇੰਟਰਵਿਊ ਕੀਤਾ ਸੀਗਾ, ਤੇ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਆਪਕੋ ਜਲਦੀ ਹੀ ਬਦਲਾਅ ਦੇਖਣੇ को मिलेगा। ਤੇ ਚਲੋ ਬਦਲਾਅ ਅਮਿਤ ਸ਼ਾਹ ਨੇ ਬਿਲਤ ਕਰਦਾ ਪੇਸ਼ ਕਹਿੰਦੇ ਵੀ ਸੰਸਦ ਦੇ ਪਾਸ ਹੋਣ ਦਾ ਰਸਤਾ ਜੇ ਲੰਮਾ ਜੀ। ਉਹਨਾਂ ਨੇ ਕਿਹਾ ਵੀ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨ ਹੋਣਗੇ ਖਤਮ ਜੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 160 ਸਾਲ ਪੁਰਾਣੇ 3 ਮੂਲਭੂਤ ਕਾਨੂੰਨਾਂ ਚਾਹੁੰਦੇ ਬਦਲਾਵ ਲੋਕ ਸਭਾ ਦਾ ਬਿੱਲ ਲੋਕ ਸਭਾ 'ਚ ਕਰਤਾ ਜੇ ਪੇਸ਼। ਸਭ ਤੋਂ ਵੱਡਾ ਬਦਲਾਵ ਆ ਰਾਜ ਦੋ ਕਾਨੂੰਨ ਨੂੰ ਲੈ ਕੇ, ਜਿਹਨੂੰ ਆਂਦੇ ਨਵੇਂ ਸਰੂਪ ਚੋਂ ਲਿਆਇਆ ਜਾਊਗਾ। ਜਵਾਬ ਪਰ ਆਂਦੇ ਜਿਹੜੀ ਜਵਾਨ ਦੇ ਹਲੇ ਧਾਰਾ ਜਿਹੜੀਆਂ 420 ਜਿੱਦਾਂ ਤੁਹਾਨੂੰ ਮੈਂ ਦੱਸਿਆ ਵੀ ਉਹਨੂੰ ਚੇਂਜ ਕਰਤਾ ਜਾਂ ਉਹਦੀ ਕਤਲ ਦੀ 302 ਜਾਂ ਫਲਾਣੀ, ਉਹ ਆਂਦੇ ਵੀ ਉਹਨੂੰ ਬਦਲਦੀਆਂ ਜਾਊਗਾ। IPC ਦੇ ਆਂਦੇ 511 ਧਾਰਾ IPC ਦੀਆਂ ਜੀ ਆਂਦੇ ਉਹਨੂੰ 357 ਬਚਣਗੀਆਂ, 175 ਧਾਰਾਂ ਬਦਲ ਦਿੱਤੀਆਂ ਜਾਣਗੀਆਂ, 8 ਨਈ ਜੋੜੀਆਂ ਤੇ ਵਧਾਈਆਂ ਜਾਣਗੀਆਂ ਜੀ, 22 ਧਾਰਾ ਜਿਹੜੀਆਂ ਖਤਮ ਹੋਣਗੀਆਂ ਜੀ। ਇਸ ਤਰ੍ਹਾਂ CRPC ਦੀਆਂ 533 ਧਾਰਾਂ ਬਚਣਗੀਆਂ, 160 ਧਾਰਾਂ ਜਿਹੜੀਆਂ ਉਹਨਾਂ 'ਚ ਬਦਲਾਅ ਹੋਊਗਾ, 9 ਨਵੀਆਂ ਜੁੜਨਗੀਆਂ ਤੇ 9 ਖਤਮ ਕਰਤੀਆਂ ਜਾਣਗੀਆਂ। ਆਂਦੇ ਪਹਿਲਾਂ ਪੁੱਛਤਾਛ ਤੇ ਜਿਹੜੀ ਟ੍ਰਾਇਲ ਸੀ ਨਾ ਵੀਡੀਓ ਕਾਨਫਰੰਸ ਨਾਲ ਨਹੀਂ ਹੁੰਦੀ, ਹੁਣ ਜਿਹੜੀ ਆ ਪੁੱਛਤਾਛ ਤੇ ਟ੍ਰਾਇਲ ਵੀਡੀਓ ਕਾਨਫਰੰਸ ਨਾਲ ਹੋ ਸਕਦੀ ਆ। ਰਕੇਸ਼ ਜੀ ਦੇਖੋ ਨਾ, ਵੈਸੇ ਤੇ ਸਰਕਾਰ ਦੀ ਇੱਥੋਂ ਲੱਗ ਰਿਹਾ ਕਿ ਮਨਸ਼ਾ ਚੰਗੀ ਹੈ। ਸਾਲ ਦੇਖੋ ਬੰਦਾ ਪਹਿਲੇ ਲੋਅਰ ਕੋਰਟ 'ਚ ਲੜਦਾ, ਫਿਰ ਹਾਈ ਕੋਰਟ 'ਚ, ਫਿਰ ਸੁਪਰੀਮ ਕੋਰਟ 'ਚ 4 ਕਰੋੜ 4.5 ਕਰੋੜ ਜਿਹੜੇ ਮੁਕੱਦਮੇ ਪੈਂਡਿੰਗ ਆ। ਤੇ ਇੱਕ ਪਰਿਵਾਰ ਰਕੇਸ਼ ਜੀ ਜੁੜਿਆ, ਮੰਨ ਲਓ ਇੱਕ ਪਰਿਵਾਰ 'ਚ 4-5 ਬੰਦੇ ਆ ਨਾ ਜੀ, ਤੇ ਉਹਨੂੰ ਗੁਣਾ ਕਰ ਲਓ ਵੀ 20-22 ਕਰੋੜ ਬੰਦਾ। ਅਮਰੀਕਾ ਦੀ ਆਬਾਦੀ ਹੋਣੀ
ਵੀ ਜਿਹੜੇ ਲੋਕ ਅਫੈਕਟਡ ਤੱਕ ਇੱਥੇ ਧੱਕੇ ਖਾਣੇ ਦਾਤਾ ਆਂਦੇ ਵੀ ਸਭ ਤੋਂ ਵੱਧ ਫੈਸਲਾ ਜਿਹੜਾ ਨਾ ਟ੍ਰਾਇਲ ਕੋਰਟ 3 ਸਾਲ ਕਹਿੰਦੇ ਦੇਣਾ ਹੋਗਾ ਤੇ 5 ਕਰੋੜ ਕੇਸ ਆਂਦੇ ਪੈਂਡਿੰਗ ਹੈਗੇ ਆ ਜੀ ਇੰਡੀਆ ਦੇ ਵਿੱਚ ਤੇ 4.44 ਕਰੋੜ ਕੇਸ ਜਿਹੜੇ ਆ ਟ੍ਰਾਇਲ ਕੋਰਟ ਦੇ ਵਿੱਚ ਪੈਂਡਿੰਗ ਆ। ਜ਼ਿਲ੍ਹਾ ਅਦਾਲਤਾਂ 'ਚ ਜੱਜ ਦੇ ਜਿਹੜੀਆਂ ਪੋਸਟਾਂ ਹੈਗੀਆਂ 50,042 ਹੈਗੀਆਂ, ਜਿਨ੍ਹਾਂ 'ਚੋਂ 5850 ਪੋਸਟਾਂ ਖਾਲੀ ਹੈਗੀਆਂ। ਆਂਦੇ ਵੀ ਗੁਲਾਮੀ ਦੀਆਂ ਨਿਸ਼ਾਨੀਆਂ ਨੂੰ ਖਤਮ ਕਰਨਾ ਸੀ। ਆਂਦੇ ਪ੍ਰਧਾਨ ਮੰਤਰੀ ਨੇ ਪਿਛਲੀ 15 ਅਗਸਤ ਸੀ ਨਾ ਉਹ ਤੇ 5 ਪ੍ਰਣ ਲਏ ਸੀ ਜੀ ਜ਼ਿਲ੍ਹੇ ਦੇ ਵਿੱਚ। ਉਹਨਾਂ ਵਿੱਚੋਂ ਇੱਕ ਇਹ ਵੀ ਸੀ ਵੀ ਗੁਲਾਮੀ ਦੀਆਂ ਨਿਸ਼ਾਨੀਆਂ ਨੂੰ ਖਤਮ ਕਰਨਾ, ਉਹਦੇ ਸਬੰਧ 'ਚ ਇਹ ਆਂਦੇ ਬਿੱਲ ਜਿਹੜਾ ਹੈਗਾ ਸਰਕਾਰੀ ਕਰਮਚਾਰੀਆਂ ਦੇ ਆਂਦੇ ਕੇਸ ਤੇ ਜਿਹੜਾ ਵੀ ਉਹ ਮਨਜ਼ੂਰੀ ਨਹੀਂ ਦਿੰਦੀ ਅਥਾਰਟੀ 120 ਦਿਨ ਚੱਲਦੇ ਮਨਜ਼ੂਰੀ ਦੇਣੀ ਹੋਗੀ। ਬਹੁਤ ਵਧੀਆ ਕੰਮ ਕੀਤਾ। ਜਿਹੜੇ ਚੋਰ ਆ ਨਾ ਇਸੇ ਕੰਮ 'ਚ 2-2 3-3 4-4 ਸਾਲ ਟਪਾ ਦਿੰਦੇ ਸੀ ਤੇ ਜਾਂ ਕਿ ਮਨਜ਼ੂਰੀ ਨਹੀਂ ਦਿੰਦੇ, ਆਂਦੇ ਜੇ ਨਹੀਂ ਦਿੱਤੀ ਤੈਨੂੰ ਹਾਰ ਮੰਨੀ ਜਾਊਗੀ। ਜੀ ਆਂਦੇ ਜਿਹੜੇ ਬੰਦੇ ਪੀਓ ਹੁੰਦੇ ਸੀ ਤੇ ਕੇਸ ਨਹੀਂ ਚੱਲਦਾ, ਆਂਦੇ ਪੀਓ ਦੇ ਉੱਤੇ ਵੀ ਮੁਕੱਦਮਾ ਚੱਲੂ ਹੁੰਦਾ, ਇਬਰਾਹਿਮ ਤੇ ਵੀ ਚੱਲ ਸਕਦਾ, ਰਾਜੀਤ ਸਿੰਘ ਤੇ ਵੀ ਚੱਲ ਸਕਦਾ। ਫਿਰ ਉਹਨੇ ਕਿਹਾ ਵੀ ਚੁਣਾਵ 'ਚ ਰਿਸ਼ਵਤ ਦੇਣ, ਇਹਨੂੰ ਜਿਹੜੇ ਰਿਸ਼ਵਤ ਦਿੰਦੇ ਆ ਕਿਆ ਵੱਡਾ ਕੇ ਵੱਡਾ ਪਾਉਂਦੇ ਆ, ਰਿਸ਼ਵਤ ਦਿੰਦੇ ਜਿਹੜੇ ਜੀ ਉਹਨਾਂ ਨੂੰ ਸਜ਼ਾ ਹੋਗੀ 1 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਕਰਤਾ। ਪਹਿਲੇ ਆਂਦੇ ਅਪਰਾਧ ਕਰਨ ਵਾਲੇ ਵਿਅਕਤੀ ਦੀ ਜਿਹੜਾ ਹੈਗਾ ਇੱਕ ਵਿਰਾਧ ਕਰਦਾ ਉਹਨੂੰ ਜਿੰਨੀ ਉਹਦੀ ਸਜ਼ਾ ਹੋਣੀ ਦੀ ਜੇ ਉਹਦੇ ਨੇ 1/3 ਹਿੱਸਾ ਪੂਰਾ ਕਰ ਲਿਆ ਤੇ ਉਹਨੂੰ ਜ਼ਮਾਨਤ ਦੇ ਦਿੱਤੀ ਜਾਊਗੀ। 0 FIR ਆਂਦੇ ਕਿਤੇ ਵੀ ਦਰਜ ਕਰਤੀ ਜਾਊਗੀ ਧਾਰਾ ਸਮੇਤ, ਅੱਗੇ ਧਾਰਾ ਨਹੀਂ ਲਾਉਂਦੇ ਜੀ। ਤੇ ਡਿਜੀਟਲ FIR ਫੈਸਲੇ ਤੋਂ ਲੈ ਕੇ FIR ਦਾ ਸਭ ਕੁਝ ਡਿਜੀਟਲ ਹੋਊਗਾ, ਪੇਪਰਲੈਸ ਹੋ ਜਾਊਗਾ, ਅਦਾਲਤੀ ਦਾ ਕੰਮ ਹੀ ਪੇਪਰਲੈਸ ਹੋ ਜਾਊਗਾ। ਤੇ ਕਿ ਜੀ ਇਹਦੇ 'ਚ ਨਾ ਇੱਕ ਹੋਰ ਮੇਰੀ ਬੇਨਤੀ ਹੈ ਸਰਕਾਰ ਨੂੰ, ਦੇਖੋ ਜਿਹੜੇ ਦਾਗੀ ਬੈਠੇ ਨੇ ਆਪਣੇ ਵਿਧਾਨ ਸਭਾਵਾਂ ਦੇ ਵਿੱਚ, ਲੋਕ ਸਭਾਵਾਂ ਦੇ ਵਿੱਚ, ਜਿਨ੍ਹਾਂ ਤੇ ਗੰਭੀਰ ਅਪਰਾਧ ਦੇ ਮਾਮਲੇ ਦਰਜ ਨੇ, ਕੋਈ ਉੱਦਾਂ ਦਾ ਕਾਨੂੰਨ ਲਿਆਓ ਜਿਵੇਂ ਸਰਕਾਰੀ ਕਿਸੇ ਤੇ ਮਾਮਲਾ ਦਰਜ ਹੋ ਜਾਂਦਾ, ਜਿਵੇਂ ਸਰਕਾਰੀ ਬੰਦਾ ਕਿਸੇ ਨੂੰ ਨੌਕਰੀ ਨਾ ਮਿਲ ਸਕਦੀ ਸਰਕਾਰੀ ਤੇ ਉਹਦੀ ਕੋਈ ਲਿਮਿਟਡ ਹੁੰਦੀ, ਲਿਮਿਟ ਕਰਦੀ ਵੀ ਇੰਨੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ, ਉੱਤੇ ਵੀ ਜ਼ੋਰ ਦਿਓ। ਮੁਫਤਖੋਰੀ ਨੂੰ ਬੰਦ ਕਰੋ ਕਿਉਂਕਿ ਮੁਫਤਖੋਰੀ ਮੁਲਕ ਨੂੰ ਬਰਬਾਦੀ ਵੱਲ ਧੱਕ ਰਹੀ ਹੈ। ਭਾਵੇਂ ਜੋ ਮਰਜ਼ੀ ਕਹਿਣ, ਜ਼ਰੂਰਤਮੰਦ ਨੂੰ ਕੋਈ ਸਬਸਿਡਾਈਜ਼ ਰੇਟਾਂ ਤੇ ਸਮਾਨ ਦਿਓ। ਜੇ ਤੁਸੀਂ ਮੁਫਤਖੋਰੀ, ਮੈਨੂੰ ਕੱਲ ਇੱਕ ਬਹੁਤ ਮੁਫਤਖੋਰੀ ਤੇ ਬੰਦ ਹੋ ਗਈ ਜੀ, ਇਸ ਅਧਿਕਾਰੀ ਦਾ ਫੋਨ ਆਇਆ, ਕਹਿੰਦਾ ਜਿਹਨੂੰ ਮੁਫਤ ਰੋਟੀ ਮਿਲਦੀ ਹੈ, ਮੁਫਤ ਬੱਤੀ ਮਿਲਦੀ ਹੈ, ਉਹ ਕਹਿੰਦਾ ਕੰਮ ਕਿਉਂ ਕਰੂਗਾ, ਉਹ ਤੇ ਕ੍ਰਾਈਮ ਕਰਨ ਲੱਗ ਪੈਂਦਾ। ਆ ਕੇ ਇੱਥੇ ਵੇਖੋ ਨਾ ਪੰਜਾਬੀ ਕੰਮ ਨਹੀਂ ਕਰਦੇ ਜਾਂ ਨਸ਼ਿਆਂ ਤੇ ਲੱਗੇ ਆ, ਭਈਆਂ ਨੇ ਆ ਕੇ ਸਾਰਾ ਕੰਮ ਸਾਂਭ ਲਿਆ। ਦੂਜੇ ਪ੍ਰਵਾਸੀ ਜਿਹੜੇ ਆਏ ਉਹਨਾਂ ਨੇ ਕੰਮ ਸੰਭਾਲਿਆ, ਸਾਰਾ ਕੰਮ ਉਹਨਾਂ ਨੇ ਸਾਂਭ ਲਿਆ। ਕਿਸੇ ਗੱਲ 'ਚ ਵੇਖੋ ਫਰੂਟ ਵੇਚਦੇ ਹੋ ਜੇ, ਮਕਾਨ ਬਣਾਉਂਦੇ ਹੋ ਜੇ, ਹੋ ਗਿਆ ਪੰਜਾਬੀਆਂ ਕੋਲ ਤੇ ਕੰਮ ਹੀ ਕੋਈ ਨਹੀਂ ਲੱਗਿਆ, ਕਿ ਤਰਖਾਨ ਦਾ ਰਹਿ ਗਿਆ ਉਹ ਵੀ ਉਹਨੇ ਲੈ ਜਾਣਾ। ਹੁਣ ਨਾਲ ਦੀ ਨਾਲ ਜੱਜਾਂ ਦੀ ਸੰਖਿਆ ਵੀ ਸਰਕਾਰ ਨੂੰ ਵਧਾਉਣੀ ਚਾਹੀਦੀ ਹੈ ਤੇ ਬਹੁਤ ਬਿਲਕੁਲ ਠੀਕ ਗੱਲ ਹੈ ਵੀ 30-30 35-35 ਸਾਲ ਜੇ ਲੋਕ ਧੱਕੇ ਖਾਣਗੇ ਅਦਾਲਤਾਂ ਦੇ ਵਿੱਚ ਤੇ ਫਿਰ ਉਹਨੂੰ ਇਨਸਾਫ ਨਹੀਂ ਕਿਹਾ ਜਾਂਦਾ। ਬੰਦੇ ਨੂੰ ਇਨਸਟੈਂਟ, ਮੇਰੀ ਕਿਸੇ ਅਫਸਰ ਨਾਲ ਗੱਲ ਹੋਈ ਸੀ, ਕਹਿੰਦੇ ਵੀ ਇਨਸਟੈਂਟ ਰਿਲੀਫ ਦੀ ਲੋੜ ਆ। ਇਹ 1860 ਚ ਤੇ ਹੋਰ ਸਿਸਟਮ ਚੱਲਦਾ ਸੀ, ਅੱਜ ਕੱਲ ਫਿਰ ਉਹਨਾਂ ਕਿਹਾ ਜੀ ਇੱਕ ਹੋਰ ਕਿਹਾ ਵੀ ਕਹਿੰਦੇ ਜਿਹੜੀ CCTV ਫੁਟੇਜ ਆ ਜਾਂਦੀ ਹੈ ਉਹਨੂੰ ਵੀ ਉਹ ਮੰਨਿਆ ਜਾਏਗਾ, ਗਵਾਹ ਦੇ ਤੌਰ ਤੇ ਉਹਨੂੰ ਮੰਨਿਆ ਜਾਏਗਾ ਤੇ ਜਾਣਕਾਰੀ ਕਰਨੀ ਹੈ ਜੀ। ਹਾਂ ਨਹੀਂ, ਉਹ ਕਹਿੰਦੇ ਮੰਨਿਆ ਜਾਏਗਾ ਜੀ ਉਹਨੂੰ। ਉਹ ਫੁਟੇਜ ਤੋਂ ਮੰਨਿਆ ਨਹੀਂ, ਅਦਾਲਤਾਂ ਦੇ ਕਟਾਰੀ ਜਾ ਕੇ ਫੁਟੇਜ ਕਿਹਨੇ ਮੰਗੀ ਹੈ? ਸਰਕਾਰ ਨੇ ਮੰਨੀ ਨਹੀਂ ਮੰਨੀ, ਉਹਨਾਂ ਵੀਡੀਓ ਮੰਨੀ ਨਾ। ਆਂਦੇ ਵੀ ਇੱਕ ਉਹਨਾਂ ਹੋਰ ਕਿਹਾ ਵੀਡੀਓ ਮੰਨੀ, ਕਾਰਵਾਈ ਨਹੀਂ ਕੀਤੀ ਉਹਦੇ ਤੇ ਜੀ। ਸਜ਼ਾ ਮਾਫੀ ਕਹਿੰਦਾ ਸਿਆਸੀ ਖੇਲ ਵੀ ਇਹ ਨਾ, ਜਿਹੜੇ ਵੱਡੇ ਵੱਡੇ ਬੰਦੇ ਸੀ ਸਜ਼ਾ ਕਰਦੇ ਤੇ ਕੋਈ ਗਵਰਨਰ ਕੋ ਮਾਫੀ ਲੈ ਗਿਆ, ਕੋਈ ਰਾਸ਼ਟਰਪਤੀ, ਉਹ ਆਂਦੇ ਵੀ ਉਹਦੀ ਲਿਮਟ ਕਰਤੀ ਆ ਜੀ ਵੀ ਜੇ ਕਿਸੇ ਨੂੰ ਹੋਈ ਆ ਮੌਤ ਦੀ ਸਜ਼ਾ ਉਹਨੂੰ ਵੱਧ ਤੋਂ ਵੱਧ ਹੀ ਉਮਰ ਕੈਦ 'ਚ ਬਦਲ ਸਕਦੇ ਜੇ। ਜੇ ਉਮਰ ਕੈਦ ਦੀ ਹੋਈ ਹੈ ਤਾਂ ਉਹਨੂੰ ਵੱਧ ਤੋਂ ਵੱਧ 7 ਸਾਲ ਤੱਕ ਲਿਆ ਸਕਦੇ ਜੇ ਜੀ। ਤੇ 7 ਸਾਲ ਜੇ ਇਸ ਤੋਂ ਬਾਅਦ ਜਿਹਦੀ ਸਜ਼ਾ ਨਾ ਉਹਦੀ ਮਾਫ ਕਰਨ ਤੋਂ ਪਹਿਲਾਂ ਜਿਹੜਾ ਬੰਦਾ ਅਫੈਕਟਡ ਹੈਗਾ ਪੀਰੀਅਡ ਦਾ ਉਹਨੂੰ ਵੀ ਸੁਣਨਾ ਪਊਗਾ ਤੁਹਾਨੂੰ। ਵੇਖੋ ਗਲਤ ਬਦਲਾਅ ਤੇ ਬੜੇ ਬੜੇ ਵਧੀਆ ਸੋਚ ਰਹੀ ਸਰਕਾਰ, ਜੇ ਹੁਣ ਬਿੱਲ ਪਾਸ ਹੋ ਜਾਣ, ਇਹ ਬਦਲਾਅ ਹੋ ਜਾਏ ਤੇ ਬਹੁਤ ਵਧੀਆ ਗੱਲ ਆ। ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਾਡੀ ਅਪੀਲ ਆ ਵੀ ਪਾਰਟੀ ਸਹਿਯੋਗ ਦੇਣ ਇਸ ਕੰਮ ਦੇ ਵਿੱਚ ਤੇ ਬਿੱਲ ਬਦਲਾਅ ਹੋਣਾ ਚਾਹੀਦਾ। ਜਿਹੜੇ ਗੁਲਾਮੀ ਦੀਆਂ ਨਿਸ਼ਾਨੀਆਂ ਖਤਮ ਹੋਣੀਆਂ ਚਾਹੀਦੀਆਂ, ਲੋਕਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲਣਾ ਚਾਹੀਦਾ। ਫਿਰ ਜੀ ਕਾਨੂੰਨ ਵੀ ਇੰਨਾ ਨਹੀਂ ਰਹੂਗਾ, ਫਿਰ ਕਾਨੂੰਨ ਦੀਆਂ ਵੀ ਅੱਖਾਂ ਹੋ ਜਾਣਗੀਆਂ ਜਦੋਂ ਸਮੇਂ ਨਾਲ ਇਨਸਾਫ ਮਿਲਣਾ। ਜੱਜਾਂ ਦੀ ਸੰਖਿਆ ਵੀ ਵਧਾਉਣੀ ਚਾਹੀਦੀ ਸਰਕਾਰ ਨੂੰ। ਜੀ ਕਹਿੰਦੇ ਵੀ ਮਹਿਲਾਵਾਂ ਬਰਾਬਰੀ ਦੀ ਗੱਲ ਹੁੰਦੀ ਹੈ ਵੀ ਮਹਿਲਾਵਾਂ ਦੇ ਅਧਿਕਾਰ ਵੀ, ਕਹਿੰਦੇ ਵੀ ਹੁਣ ਬੰਦੇ ਤੇ ਸ਼ਰਾਬ ਪੀਂਦੇ ਆ ਤੇ ਜਨਾਨੀਆਂ ਵਾਸਤੇ ਵੀ ਕੋਈ ਠੇਕਾ ਟੂਕਾ ਹੋਣਾ ਚਾਹੀਦਾ ਸ਼ਰਾਬ ਵਾਸਤੇ। ਤੇ ਜਲੰਧਰ ਵੀ ਕਿੰਨੀ ਇੰਨੀ ਪੰਜਾਬ ਐਡਵਾਂਸ ਤਰੱਕੀ ਕਰ ਗਿਆ ਪੰਜਾਬ, ਇਹ ਕਹਿੰਦੇ ਵੀ ਹੁਣ ਵੱਖਰਾ ਠੇਕਾ ਜਿਹੜਾ ਜਨਾਨੀਆਂ ਲਈ। ਤੇ ਕਹਿੰਦੇ ਵੀ ਜੇ 4-5 ਜਨਾਨੀਆਂ ਇਕੱਠੀਆਂ ਹੋ ਗਿਆ ਜਾਣ ਤੇ ਉਹਨਾਂ ਨੂੰ ਬਹਿਣ ਦੀ ਵੀ ਉੱਥੇ ਵਿਵਸਥਾ ਕੀਤੀ ਗਈ ਸੀ। ਰੌਲਾ ਬੜਾ ਪਿਆ, ਹੁਣ ਉਹ ਲਿਕਰ ਸ਼ਾਪ ਤੋਂ ਵੂਮਨ ਵਾਲਾ ਕੰਮ ਜਿਹੜਾ ਹਟਾਤਾ ਗਿਆ ਤੇ ਨਾਲ ਦੀ ਨਾਲ ਜਿਹੜੀ ਰਿਪੋਰਟ ਆਈ ਸਾਹਮਣੇ ਗਈ ਜੀ ਉਹ ਤੇ ਕੁਝ ਹੋਰ ਹੀ ਦੱਸ ਰਹੀ ਹੈ। ਵੇਖੋ ਸਰਕਾਰ ਆ ਜਿਹੜੀ ਸਟੇਟ ਦੇ ਵਿੱਚ ਨਾ ਗਲਤ ਸੰਗਤ ਦੇ ਕਾਰਨ ਨਸ਼ੇ 'ਚ ਪੈਣ ਵਾਲਿਆਂ ਦੀ, ਪੜ੍ਹੀ ਲਿਖੀ ਤੇ ਨੌਕਰੀ ਕਰਨ ਵਾਲੇ
ਜਿਹੜੀਆਂ ਔਰਤਾਂ ਉਹਨਾਂ ਦੀ ਸੰਖਿਆ ਜਿਹੜੀ ਨਾ ਵੱਧਦੀ ਜਾ ਰਹੀ ਆ ਜੀ। ਕਈ ਸ਼ੌਕ 'ਚ ਪਹਿਲਾਂ ਨਸ਼ੇ 'ਚ ਲੱਗ ਜਾਂਦੇ ਆ, ਫਿਰ ਉਹਨਾਂ ਨੂੰ ਉਹਦੀ ਲੱਤ ਲੱਗ ਜਾਂਦੀ ਆ, ਫਿਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਆ ਤੇ ਉਹਨਾਂ ਦਾ ਜਿਹੜਾ ਭਵਿੱਖ ਆ ਅੰਧਕਾਰ ਹੋ ਜਾਂਦਾ, ਪਰਿਵਾਰ ਵੀ ਖਤਮ ਹੋ ਜਾਂਦਾ ਹੈ। ਇੱਕ ਪਿੱਛੇ ਆਪਾਂ ਖਬਰ ਕੀਤੀ ਸੀ, ਇੱਕ ਔਰਤ ਹੀ, ਉਹਨੂੰ ਉਹਦੇ ਇੱਕ ਦੋਸਤ ਨੇ ਨਸ਼ਾ ਲਾਤਾ ਸੀ ਜੀ। ਨਸ਼ਾ ਲਾਉਣ ਤੋਂ ਬਾਅਦ ਉਹ ਵਿਆਹੀ ਜਾਂਦੀ ਆ, ਤੇ ਨਸ਼ਾ ਛੁੱਟਦਾ ਨਹੀਂ, ਉਹ ਆਪਣੇ ਘਰ ਵਾਲੇ ਨੂੰ ਮਿਲਾ ਦਿੰਦੀ ਹੈ ਜੀ। ਘਰ ਵਾਲੇ ਦਾ ਪਰਿਵਾਰ ਬਾਹਰ ਗਿਆ ਹੁੰਦਾ ਤੇ ਪਰ ਉਹ ਬਹਿਬੂਆ ਚੰਗਾ ਆਉਂਦਾ, ਉਹ ਨਸ਼ਾ ਪੀ ਜਾਂਦੇ ਆ। ਜਦੋਂ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਦਾ ਵੀ ਇਹ ਨਸ਼ਾ ਪੀਂਦੇ ਦੋਵੇਂ ਜਾਣੇ, ਉਹ ਪੈਸੇ ਭੇਜਣੇ ਬੰਦ ਕਰ ਦਿੰਦੇ, ਫਿਰ ਉਹਨਾਂ ਨੇ ਮਕਾਨ ਤੱਕ ਵੇਚ ਜਾਂਦਾ। ਉਹਨਾਂ ਦੱਸਦੇ ਵੀ 2-3 ਕਰੋੜ ਦਾ ਨਸ਼ਾ ਪੀ ਜਾਂਦੇ ਆ ਜੀ। ਹੁਣ ਉਹ ਆਪਣਾ ਦੋਵੇਂ ਜੀ ਇਲਾਜ ਕਰਾਉਣ ਲੱਗ ਪਏ ਸੀ। ਵੇਖੋ ਤੇ ਇਦਾਂ ਨਸ਼ੇ ਦੇ ਵਿੱਚ ਬਰਬਾਦ ਹੋ ਜਾਂਦੇ ਆ। ਇਹਨਾਂ ਦਾ ਗਲਤ ਇਸਤੇਮਾਲ ਵੀ ਲੋਕ ਕਰਦੇ ਆ। ਜਦੋਂ ਕਾਲਜ ਦੀ ਛਾਤਰਾਂ ਦੂਜੇ ਬੰਦਿਆਂ ਨੂੰ ਨਸ਼ਾ ਲੱਗ ਜਾਂਦਾ, ਉਹ ਫਿਰ ਕੋਈ ਨਾ ਕੋਈ ਜੁਗਾੜ ਲਾਉਂਦੇ ਨਸ਼ਾ ਪੀਣ ਦਾ। ਜੀ ਇੱਕ ਮੈਂ ਫਿਰ ਸਰਕਾਰ ਨੂੰ ਹੀ ਬੇਨਤੀ ਕਰੂੰਗਾ ਵੀ ਤੁਸੀਂ ਕਾਨੂੰਨਾਂ 'ਚ ਬਦਲਾਵ ਕਰ ਰਹੇ ਹੋ, ਵੀ ਇਹ ਜ਼ਰੂਰ ਵੇਖੋ ਜਿਹੜਾ ਇੱਕ ਵਾਰੀ ਜ਼ਮਾਨਤ ਤੇ ਆਇਆ ਜਾਂ ਉਹਦੇ ਤੇ NDPS ਦਾ ਮਾਮਲਾ ਦਰਜ ਹੈ ਜਾਂ ਉਹਦੇ ਤੇ ਗੰਭੀਰ ਅਪਰਾਧ ਦਾ ਮਾਮਲਾ ਦਰਜ ਹੈ, ਵਾਰ-ਵਾਰ ਉਹਨੂੰ ਜ਼ਮਾਨਤ ਕਿਉਂ ਮਿਲਦੀ ਹੈ? ਉਹ ਕਿਹੜੇ ਅਧਿਕਾਰੀ ਨੇ ਜਿਹੜੇ ਜੇਲ੍ਹਾਂ 'ਚ ਬਹਿ ਕੇ ਇਹਨਾਂ ਲੋਕਾਂ ਦੀ ਮਦਦ ਕਰਦੇ ਨੇ? ਉਹ ਕਿਹੜੇ ਨੇ ਜਿਹੜੇ ਇਹਨਾਂ ਨੂੰ ਸੁੱਖ ਸੁਵਿਧਾਵਾਂ ਦਿੰਦੇ? ਜੋ ਮਰਜ਼ੀ ਦੇਖੋ, ਰਾਜ ਤੁਸੀਂ ਹੀ ਕਰਨਾ ਹੈ, ਕਦੀ ਕੋਈ ਪਾਰਟੀ ਆਏ ਕਦੀ ਕੋਈ ਪਾਰਟੀ ਆਏ, ਰਾਜਨੇਤਾਵਾਂ ਨੇ ਰਾਜ ਕਰਨਾ, ਪਰ ਥੱਲੇ ਆਪਣੀ ਜਨਤਾ ਦਾ ਜ਼ਰੂਰ ਸੋਚੋ, ਜਨਤਾ ਨੂੰ ਗੁਲਾਮੀ ਦਾ ਅਹਿਸਾਸ ਨਾ ਕਰਾਓ। ਪਹਿਲੇ ਤੇ ਇਹਨਾਂ ਤੇ ਮਾਮਲਾ ਦਰਜ ਕਰਾਉਣਾ ਔਖਾ, ਮਾਮਲਾ ਦਰਜ ਹੋ ਜਾਂਦਾ ਤੇ ਫਿਰ ਇਹ ਮੁੜ ਕੇ ਜ਼ਮਾਨਤ ਲੈ ਕੇ ਆ ਕੇ ਗਵਾਹ ਨੂੰ ਧਮਕਾਉਣ ਲੱਗ ਪੈਂਦੇ ਨੇ, ਉਹਨੂੰ ਕਹਿੰਦੇ ਵੀ ਸਾਡੇ ਨਾਲ ਰਾਜੀਨਾਮਾ ਕਰ, ਕੰਪਰੋਮਾਈਜ਼ ਦੀਆਂ ਚਿੱਠੀਆਂ ਉਹਨੂੰ ਭੇਜਣ ਲੱਗ ਪੈਂਦੇ ਨੇ, ਆਪਣੇ ਹਿਸਾਬ ਨਾਲ ਉਹਦੇ ਕੋਲ ਲਿਖਾਉਂਦੇ ਨੇ, ਪੀੜਿਤ ਪਰਿਵਾਰ ਨੂੰ ਇਹ ਫਿਰ ਧਮਕਾਉਂਦੇ ਨੇ। ਮਤਲਬ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਨਿਜਾਤ ਦਿਵਾਉਣ ਦੀ ਲੋੜ ਹੈ। ਸਾਡੇ ਮੁਲਕ ਦੇ ਵਿੱਚ ਦੇਖੋ, ਪਹਿਲੇ ਮੁਗਲਾਂ ਲੁੱਟਿਆ, ਫਿਰ ਅੰਗਰੇਜ਼ਾਂ ਲੁੱਟਿਆ, ਫਿਰ ਇਹ ਕਾਲੇ ਲੋਕ ਲੁੱਟਣ ਲੱਗ ਪਏ, ਮੁਲਕ ਫਿਰ ਵੀ ਚੱਲ ਰਿਹਾ। ਇਹਦਾ ਮਤਲਬ ਇਹ ਸਾਡਾ ਜਿਹੜਾ ਮੁਲਕ ਹੈ ਨਾ ਰਕੇਸ਼ ਜੀ, ਉਹ ਖਣਿਜ ਪਦਾਰਥਾਂ ਦੇ ਨਾਲ ਭਰਪੂਰ ਆ। 4 ਰੁੱਤਾਂ ਸਾਡੇ ਇਸ ਮੁਲਕ ਦੇ ਵਿੱਚ, ਤੇ ਬਾਹਰ ਤੇ ਲੋਕ ਤਾਂ ਭੇਜਦੇ ਆਪਣੇ ਨਿਆਣੇ ਨੂੰ ਵੀ ਇੱਥੋਂ ਦੇ ਕੋਈ ਨਸ਼ਾ 'ਚ ਨਾ ਪੈ ਜਾਵੇ, ਕੋਈ ਦੜੇ ਸੱਟੇ 'ਚ ਨਾ ਪੈ ਜਾਵੇ, ਕੋਈ ਬੈਟਿੰਗ 'ਚ ਨਾ ਪੈ ਜਾਵੇ। ਸਰਕਾਰ ਨੂੰ ਵੀ ਬੇਨਤੀ ਆ ਵੀ ਜਿਹੜੇ ਇਦਾਂ ਦੀਆਂ ਬੈਟਿੰਗ ਲਾਉਣ ਵਾਲੀਆਂ ਜਿਹੜੀਆਂ ਐਪਸ ਆ ਨਾ, ਜਿਹੜੀਆਂ 3 ਪੱਤੀ ਵੀ ਖਿਡਾਉਂਦੀਆਂ, ਇਹਨਾਂ ਤੇ ਵੀ ਬੈਨ ਲਾਓ। ਤਰਕੇਸ਼ੀ ਹੁਣ ਉਹਦੇ ਤੇ ਕੁਝ ਨਸ਼ੇ ਦੇ ਹੀ ਵੀ ਹੁਣ ਕਾਲਜ ਦੀਆਂ ਕੁੜੀਆਂ ਵੀ ਨਸ਼ਾ ਕਰਨ ਲੱਗ ਪੈਂਦੀਆਂ, ਨਸ਼ਾ ਮੁਕਤੀ ਕੇਂਦਰ 'ਚ ਜਾਂਦੀਆਂ, ਇਲਾਜ ਕਰਾਉਣਾ ਚਾਹੁੰਦੀਆਂ ਪਰ ਰਜਿਸਟ੍ਰੇਸ਼ਨ ਨਹੀਂ ਕਰਾਉਂਦੀਆਂ। ਮਤਲਬ ਸਮਾਜ ਤੋਂ ਹਾਂ, ਜ਼ਿਆਦਾਤਰ ਪ੍ਰਾਈਵੇਟ ਸੈਂਟਰਾਂ ਤੋਂ ਹੀ ਦਵਾਈ ਲੈ ਲੈਂਦੀਆਂ। ਰਕੇਸ਼ ਜੀ ਅੰਮ੍ਰਿਤਸਰ ਦੇ ਵਿੱਚ ਇੱਕ ਸੈਂਟਰ ਖੁੱਲਿਆ ਜੇ ਜਿੱਥੇ ਸਿਰਫ ਨਸ਼ਾ ਪੀੜਤ ਔਰਤਾਂ ਦਾ ਇਲਾਜ ਕੀਤਾ ਜਾਂਦਾ ਹੈ। ਮੈਂ ਜਾਣ ਕੇ ਹੈਰਾਨ, ਮੈਂ ਗੱਲਬਾਤ ਹੋਈ ਸੀ ਉਹਨਾਂ ਨਾਲ, ਕਹਿੰਦੇ ਚੰਗੇ ਚੰਗੇ ਘਰਾਂ ਦੀਆਂ ਨਸ਼ਾ ਕਰਨ ਲੱਗੀਆਂ ਔਰਤਾਂ। ਵੀ ਲਾਈ ਕਿਸ ਤਰ੍ਹਾਂ? ਦੋਸਤ ਨੇ ਲਾਈ। ਮਤਲਬ ਤੁਸੀਂ ਤੇ ਨਸਲਾਂ ਹੀ ਬਰਬਾਦ ਕਰਕੇ ਰੱਖ ਦਿੱਤੀਆਂ। ਸ਼ੌਕ ਨਾਲ ਲਾਉਂਦੇ ਆ, ਫਿਰ ਲੱਤ ਪੈ ਜਾਂਦੀ ਆ ਜੀ। ਤੇ 90% ਇਹ ਨਸ਼ਾ ਕਰਨ ਵਾਲੀ ਯੁਵਤੀਆਂ ਦੀ ਉਮਰ ਹੈਗੀ 20 ਤੋਂ 30 ਸਾਲ ਤੇ 50% ਯੁਵਤੀਆਂ ਰੋਇੰ ਦਾ ਸੇਵਨ ਕਰਦੀਆਂ ਇਹਨਾਂ ਵਿੱਚੋਂ। 2018 ਚ ਇਹਨਾਂ ਜਿਹੜੀ ਰਜਿਸਟ੍ਰੇਸ਼ਨ 26 ਸੀ ਤੇ 2023 ਦੇ ਵਿੱਚ ਆ ਗਈ 58 ਜੀ। ਹੁਣ ਕਈ ਯੁਵਤੀਆਂ ਜਿਹੜੀਆਂ ਸ਼ਰਾਬ ਪੀਂਦੀਆਂ, ਕੋਈ ਕਫ ਸਿਰਪ ਪੀਂਦੀਆਂ, ਕੋਈ ਦਰਦ ਵਾਲੇ ਗੋਲੀਆਂ ਲੈਂਦੀਆਂ। ਜੀ ਇੱਕ ਹੋਰ ਚੀਜ਼ ਆ ਗਈ ਹੈ, ਕਿਸੇ ਤਰ੍ਹਾਂ ਦੇ ਨਸ਼ਾ ਲੈਣ ਲੱਗ ਪਏ। ਮੈਨੂੰ ਕਿਸੇ ਨੇ ਦੱਸਿਆ ਵੀ ਇੱਕ ਟਕੀਲਾ ਸ਼ਾਟ ਆ ਗਿਆ ਕੋਈ, ਉਹ ਵੀ ਕਹਿੰਦੇ, ਮੈਂ ਕਿਹਾ ਉਹ ਕਹਿੰਦਾ, ਉਹ ਕਹਿੰਦੇ ਇੱਕ ਟਿਊਬ ਜਿਹੀ ਹੁੰਦੀ ਉਹਦੇ 'ਚ ਸ਼ਰਾਬ ਪਾ ਕੇ ਦਿੰਦੇ 20-30 ml, ਇੱਕੋ ਵਾਰੀ ਪੀਂਦੀ ਤੇ ਉਸ ਤੋਂ ਬਾਅਦ ਕਹਿੰਦੇ ਵੀ ਲੂਣ ਚੱਟ ਲੈਂਦੇ ਆ। ਮਤਲਬ ਇਹਦਾ ਵੀ ਸਮਾਨ ਆ ਗਿਆ। ਚਲੋ ਨਵੇਂ ਤਰ੍ਹਾਂ ਦਾ ਨਸ਼ਾ ਆ ਰਿਹਾ ਸੀ। ਵੇਖੋ ਡਰੋਨਾਂ ਰਾਹੀਂ ਕਿੰਨਾ ਨਸ਼ਾ ਆ ਰਿਹਾ, ਰੋਜ਼ ਰੋਜ਼ਾਨਾ ਫੜੇਗੇ, ਕਦੀ 77 ਕਿਲੋ, ਕਦੀ 8 ਕਿਲੋ, ਕਦੀ 5 ਕਿਲੋ, ਕਦੀ 18 ਕਿਲੋ, ਮੁੱਕ ਨਹੀਂ ਡਿਆ ਨਸ਼ਾ। ਜਿੱਦਾਂ ਨਾ ਸਮੁੰਦਰ ਆ ਗਿਆ, ਪੰਜਾਬ ਦੇ ਵਿੱਚ ਹੜ੍ਹ ਆ ਗਿਆ, ਜਿੱਦਾਂ ਪਾਣੀ ਦਾ ਹੜ੍ਹ ਆ, ਉਦੋਂ ਨਸ਼ੇ ਦਾ ਹੜ੍ਹ ਆ ਗਿਆ। ਇਹਨਾਂ ਨੂੰ ਡਰ ਨਹੀਂ ਹੈ। ਦੇਖੋ ਬਹੁਤ ਸਾਰੇ ਸਮਗਲਰ ਤੇ ਤਸਕਰ ਐਸੇ ਫੜੇ ਜਾ ਰਹੇ ਨੇ ਜਿਨ੍ਹਾਂ ਦੇ ਉੱਪਰ ਪਹਿਲੇ ਹੀ ਮਾਮਲੇ ਦਰਜ ਨੇ। ਪਰਸੋਂ DIG ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਜਿਹੜੇ ਬੰਦੇ ਫੜੇ ਗਏ ਨਾ ਜੰਮੂ ਕਸ਼ਮੀਰ ਤੋਂ, ਉਹਨਾਂ ਨੇ ਫੜ ਕੇ ਲਿਆਏ ਵੀ ਕਿੱਦਾਂ ਤਾਰ ਜੁੜੇ ਆ, ਅੰਦਰੋਂ ਬਹਿ ਕੇ ਹੀ ਸਪਲਾਈ ਦੱਸਦੇ ਵੀ ਕਿੱਥੋਂ ਚੁੱਕਣੀ ਹੈ ਤੇ ਕਿੱਥੇ ਜਾਣੀ ਹੈ। ਜਦ ਤੱਕ ਉਹ ਬੰਦਿਆਂ ਦੇ ਉੱਤੇ ਸ਼ਿਕੰਜਾ ਨਹੀਂ ਕੱਸਿਆ ਜਾਂਦਾ, ਉਹ ਬੰਦੇ ਜਿਹੜੇ ਪੈਸੇ ਇਕੱਠੇ ਕਰ ਕਰਕੇ ਆਪਣੇ ਨਿਆਣਿਆਂ ਨੂੰ ਵਿਦੇਸ਼ਾਂ 'ਚ ਸੈੱਟ ਕਰੀ ਜਾਂਦੇ ਨੇ, ਸਰਕਾਰ ਦਾ ਤੇ ਜਨਤਾ ਦਾ ਲਹੂ ਪੀਂਦੇ ਨੇ, ਉਹਨਾਂ ਤੇ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਫਿਰ ਜਿਹੜਾ ਨਾ ਇਹ ਰੁਕੇਗਾ ਕਿਸ ਤਰ੍ਹਾਂ? ਇਹ ਸਭ ਤੋਂ ਵੱਡਾ, ਕਿਉਂਕਿ ਡਰ ਜਿਹੜਾ ਰਕੇਸ਼ ਜੀ ਡਰ ਨਹੀਂ ਨਾ ਕਿਸੇ ਨੂੰ, ਤੇ ਫਿਰ ਤੇ ਰੱਬ ਦਾ ਨਾਮ ਹੀ ਨਹੀਂ ਲੈਂਦਾ ਬੰਦਾ। ਤੇ ਜਦੋਂ ਉਹਨੂੰ ਪਤਾ ਵੀ ਮੇਰੀ ਜ਼ਮਾਨਤ ਹੋ ਜਾਣੀ ਹੈ ਤੇ ਮੁੜ ਕੇ ਮੈਂ ਪਾਊਡਰ ਪਾਸ ਵੀ ਕਰਾ ਲੈਣਾ, ਉਹਨੂੰ ਸੈਂਪਲ ਨੂੰ ਵੀ ਪਾਸ ਕਰਾ ਲੈਣਾ। ਰਾਜਜੀਤ ਵਾਂਗੂ ਕਈ ਸੱਟੇਬਾਜ਼ਾਂ ਨੂੰ ਸੰਰਕਸ਼ਣ ਦੇਣ ਵਾਲੇ ਤੇ ਨਸ਼ਾ ਵਪਾਰੀਆਂ ਨੂੰ ਸੰਰਕਸ਼ਣ ਦੇਣ ਵਾਲੀਆਂ ਦੀ ਪੁਲਿਸ 'ਚ ਵੀ ਬੜੀ ਪੈਠ ਆ। ਉਹਨਾਂ ਦੀ ਚੰਗੇ ਅਫਸਰਾਂ ਦਾ ਉੱਤੇ ਆਸ਼ੀਰਵਾਦ ਆ। ਮੈਨੂੰ ਰਕੇਸ਼ ਜੀ ਕੱਲ ਹੀ ਕਈ ਵਾਰ ਉਹ ਆਮ ਪੁਲਿਸ ਮੈਡਲ ਲਈ ਜਾਂਦੇ, ਪੁਲਿਸ ਡਿਸਕ ਨਾਲ ਸਨਮਾਨਿਤ ਹੋਈ ਜਾਂਦੇ ਆ। ਵੇਖ ਕੇ ਬੜਾ ਮਨ ਨੂੰ ਦੁੱਖ ਹੁੰਦਾ ਕਿ ਸਾਰੇ ਸ਼ਹਿਰ ਨੂੰ ਪਤਾ ਵੀ ਇਹ ਦੜਾ ਸੱਟਾ ਕਿੰਗ ਦਾ ਸੰਰਕਸ਼ਕ ਹੈਗਾ, ਸਾਰੀ ਗ੍ਰਾਹੀ ਇਹ ਕਰਦਾ, ਤੇ ਫਿਰ ਉਹਨੂੰ ਸਨਮਾਨਿਤ ਹੋਣਾ। ਇਹ DGP ਸਾਹਿਬ ਨੂੰ ਵੇਖਣਾ ਚਾਹੀਦਾ
ਵੀ ਜੇ ਲੋਕਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਤੇ ਤੁਸੀਂ ਉਹਨਾਂ ਕੋਲ ਘੱਟੋ ਘੱਟ ਸਰਵੇ ਹੀ ਕਰਾ ਲਓ ਵੀ ਕਿਹਨੂੰ ਸਨਮਾਨਿਤ ਕਰੀਏ ਤੇ ਕਿਹਨੂੰ ਨਾ ਕਰੀਏ। ਚਲੋ ਰੁਕੇ ਜੀ, ਕਾਂਗਰਸ 'ਚ ਕਹਿੰਦੇ ਸਭ ਕੁਝ ਠੀਕ ਠਾਕ ਨਹੀਂ ਹੈ। ਪਹਿਲੇ ਤੇ ਰਾਹੁਲ ਗਾਂਧੀ ਸਾਹਿਬ ਬੜਾ ਜ਼ੋਰ ਲਾ ਰਹੇ ਵੀ ਸ਼ਾਇਦ 2024 'ਚ ਮੇਰਾ ਦਾਅ ਲੱਗ ਜੇ, ਪਰ ਲੱਗਦਾ ਨਹੀਂ। ਜਿਵੇਂ ਮੋਦੀ ਸਾਹਿਬ ਤੇ ਸ਼ਾਹ ਦੀ ਜਿਹੜੀ ਜੋੜੀ ਕੰਮ ਕਰ ਰਹੀ ਹੈ ਵੀ ਚਲੋ। ਤੇ ਹੁਣ ਪੰਜਾਬ ਦੀ ਕਾਂਗਰਸ ਦੇ ਇੱਕ ਸਾਬਕਾ ਪ੍ਰਧਾਨ ਜਿਹੜੇ ਉਹ ਚਲੇ ਗਏ ਬੀਜੇਪੀ 'ਚ, ਤੇ ਹੁਣ ਜਿਹੜੇ ਮੌਜੂਦਾ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ, ਅਮਰਿੰਦਰ ਸਿੰਘ ਰਾਜਾ ਵੜਿੰਗ, ਉਹ ਕਹਿੰਦੇ ਵੀ ਤੂੰ ਕਹਿੰਦੇ ਆਪਣੇ ਭਤੀਜੇ ਕੋ ਦਵਾ ਹਾਂ ਅਸਤੀਫਾ ਤੇ ਮੇਰੇ ਸਾਹਮਣੇ ਇਲੈਕਸ਼ਨ ਲੜ, ਤੇ ਫੇਰ ਮੈਂ ਹਾਰ ਗਿਆ ਤੇ ਮੈਂ ਮੰਨੂਗਾ ਵੀ ਕਾਂਗਰਸ ਹਾਰੀ, ਕਿਉਂਕਿ ਜਾਖੜ ਸਾਹਿਬ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਵੀ ਕਾਂਗਰਸ ਨੂੰ ਕਾਂਗਰਸ ਹੀ ਮਾਰੂਗੀ। ਤੇ ਹੁਣ ਵੜਿੰਗ ਸਾਹਿਬ ਨੇ ਕੀ ਇਹ ਫੋਕੀ ਧਮਕੀ ਦਿੱਤੀ ਕਿ ਜੀ ਆ ਵਾਕਈ ਜਿੱਧਰ ਬਾਅਦ ਤੋਂ ਆਪਣਾ ਪਹਿਲੇ ਅਸਤੀਫਾ ਦੇਣਗੇ ਤੇ ਫਿਰ ਲੜਨਗੇ ਉੱਥੇ। ਦੇਖੋ ਜਾਖੜ ਸਾਹਿਬ ਨੇ 49 ਕਾਉਂਸਲਰ ਤੇ ਕਾਂਗਰਸ ਦਾ ਮੇਅਰ ਖੜ ਲਿਆ ਬੀਜੇਪੀ ਦੇ ਵਿੱਚ ਅਬੋਹਰ ਚੋਂ ਲੈ ਕੇ ਬੋਰ ਦੇ ਵਿੱਚੋਂ, ਤੇ ਇਹਨਾਂ ਨੇ ਕਿਹਾ ਵੀ ਕਾਂਗਰਸ ਦਾ ਤੇ ਹੋ ਗਿਆ ਸੂਪੜਾ ਹੀ ਸਾਫ਼ ਜੀ। ਤੇ ਰਾਜਾ ਵੜਿੰਗ ਜੀ ਜਿਹੜੇ ਘਾਟੋਂ ਆਉਂਦੇ ਵੀ ਪਾਰਸ਼ਦ ਦੀ ਕਿਹੜੀ ਗੱਲ ਉਹਨਾਂ ਟਿਕਟ ਹੀ ਇਹਨੇ ਦਿੱਤੀ ਸੀ, ਉਹ ਆਂਦੇ ਵੀ ਇੰਨੇ ਪਾਰਸ਼ਦ ਤੋਂ ਲੈ ਗਿਆ ਆਪਣੇ ਨਾਲ ਜਾਖੜ ਸਾਹਿਬ, ਤੇ ਆਪਣੇ ਭਤੀਜੇ ਨੂੰ ਕਿਉਂ ਨਹੀਂ ਖੜਿਆ ਜਿਹੜਾ ਐਮਐਲਏ ਉਥੋਂ ਸੰਦੀਪ ਜਾਖੜ ਜਿਹੜਾ ਉਥੋਂ ਐਮਐਲਏ, ਉਹਨੂੰ ਵੀ ਤਾਂ ਖੜਨਾ ਸੀ ਨਾ ਜੀ। ਜੇ ਹੁਣ ਵੇਖੋ ਨਾ ਸੰਦੀਪ ਜਾਖੜ ਨੂੰ ਇਹ ਭਾਜਪਾ ਕੇ ਖੜਦੇ ਜਾਖੜ ਸਾਹਿਬ ਤੇ ਉਹਦੀ ਜਿਹੜੀ ਵਿਧਾਨ ਸਭਾ ਦੀ ਮੈਂਬਰਸ਼ਿਪ ਖਤਮ ਹੋ ਜਾਂਦੀ। ਤੁਹਾਨੂੰ ਪਤਾ ਇਹ ਉਹ ਭਜਨ ਲਾਲ ਜੀ ਦਾ ਬੇਟਾ ਜਦੋਂ ਉੱਥੇ ਬੀਜੇਪੀ ਕੁਲਦੀਪ ਬਿਸ਼ਨੋਈ ਉਹਨੇ ਰਿਜ਼ਾਈਨ ਕਰਤਾ ਸੀ ਤੇ ਨਵਾਂ ਇਲੈਕਸ਼ਨ ਲੜ ਕੇ ਜਿੱਤਿਆ ਸੀ। ਤਾਂ ਆਂਦੇ ਵੀ ਤੂੰ ਕਰਾ ਵੀ ਜੇ ਕਾਂਗਰਸ ਦੇ ਗਲੇ ਦੀ ਵੱਡੀ ਹੈ ਵੀ ਜੇ ਕਾਂਗਰਸ ਕੱਢਦੀ ਹੈ ਤਾਂ ਆਜ਼ਾਦ ਹੋ ਜਾਂਦਾ, ਫਿਰ ਜਿਹੜੀ ਮਰਜ਼ੀ ਪਾਰਟੀ ਚੱਲੇ। ਉਹਨਾਂ ਚੁਣੌਤੀ ਦਿੱਤੀ ਆ ਵੀ ਉਹਨੂੰ ਤੂੰ ਇਲੈਕਸ਼ਨ ਲੜਾ, ਨਹੀਂ ਕਹਿੰਦੇ ਆਪ ਉਹਨੂੰ ਕਹਿੰਦੇ ਤੂੰ ਅਸਤੀਫਾ ਦਵਾ ਤੇ ਆਪ ਇਲੈਕਸ਼ਨ ਲੜ, ਉਥੋਂ ਇਲੈਕਸ਼ਨ ਲੜ, ਆਪ ਲੜ ਜਾ, ਉਹਨੂੰ ਲਾ ਤੇ ਮੈਂ ਲੜੂੰਗਾ ਸਾਹਮਣੇ ਜੀ। ਜੇ ਮੈਂ ਹਾਰ ਗਿਆ ਫਿਰ ਮੈਂ ਸਮਝੂ ਵੀ ਕਾਂਗਰਸ ਜਿਹੜੀ ਹਾਰ ਗਈ ਆ, ਉਦਾਂ ਨਹੀਂ। ਤੇ ਉਹ ਜਿਹੜੇ ਸੰਦੀਪ ਜਾਖੜ ਉਹਨਾਂ ਵੀ ਟਵੀਟ ਕਰਤਾ, ਉਹ ਆਂਦਾ ਵੀ ਰਿਜ਼ਾਈਨ ਦਿਓ ਤੁਸੀਂ ਤੇ ਮੈਂ ਤੁਹਾਡੀ ਵਿਰੋਧੀ ਸਵੀਕਾਰ ਕਰਦਾ, ਤੁਹਾਡੇ ਤੋਂ 15 ਮਿੰਟ ਬਾਅਦ ਮੈਂ ਰਿਜ਼ਾਈਨ ਦਊਂਗਾ ਤੇ ਇਲੈਕਸ਼ਨ ਲੜ ਲੂੰ। ਹੁਣ ਰਾਜਾ ਵੜਿੰਗ ਜੀ ਪਹਿਲਾਂ ਫਿਰ ਗਿੱਦੜਬਾਹਾ ਤੋਂ ਅਸਤੀਫਾ ਦੇਣਗੇ ਤੇ ਫਿਰ ਇਲੈਕਸ਼ਨ ਲੜਨਗੇ ਨਾ। ਮੈਨੂੰ ਤਾਂ ਲੱਗਦਾ ਵੀ ਸ਼ਬਦੀ ਵਾਰ ਹੈਗਾ ਆ, ਸ਼ਬਦੀ ਜੰਗ ਆਪਸ ਦੇ ਵਿੱਚ ਕਰਨਾ ਕਿ ਇਹਨੇ ਕੁਝ ਨਹੀਂ, ਨਾ ਉਹਨਾਂ ਅਸਤੀਫਾ ਦੇਣਾ ਤੇ ਨਾ ਇਹਨੇ ਅਸਤੀਫਾ ਦੇਣਾ। ਜੇ ਇਹਨੇ ਅਸਤੀਫਾ ਦੇਣਾ ਹੁੰਦਾ ਤੇ ਫਿਰ ਅਸਤੀਫਾ ਦੇ ਕੇ ਕਾਂਗਰਸ ਦੇ ਚਾਚੇ ਤੇ ਮਗਰ ਹੀ ਜਾਵੇ, ਚਲੋ ਬੀਜੇਪੀ ਚੱਲ ਜਾਵੇ। ਕੁਲਦੀਪ ਬਿਸ਼ਨੋਈ ਅਸਤੀਫਾ ਦੇ ਕੇ ਬੀਜੇਪੀ ਜਾ ਕੇ ਇਲੈਕਸ਼ਨ ਲੜ ਕੇ ਦੁਬਾਰਾ ਜਿੱਤ ਸਕਦਾ। ਫਿਰ ਤੁਹਾਡੀ ਐਡੀ ਪੈਠ ਹੈਗੀ ਉੱਥੇ ਬੋਰ ਦੇ ਵਿੱਚ, ਦੀ ਕਾਂਗਰਸ ਦਾ ਜ਼ੁਪੜਾ ਹੀ ਸਾਫ਼ ਕਰਦਾ ਤੇ ਫਿਰ ਕਾਂਗਰਸ ਚ ਕਰਦੇ ਕੀ ਜੇ ਜਾਓ ਕਾਂਗਰਸ ਨਹੀਂ ਜੀ, ਸਾਰੇ ਪੱਤੇ ਮਿਲਣੇ ਬੰਦ ਹੋ ਜਾਂਦੇ। ਜੇ ਤੇ 2027 ਬੜੀ ਦੂਰ ਆ, 2024 ਚ 23 ਆਇਆ, 24 ਆ, 25 ਆ, 26 ਫਿਰ 27 ਆਉਣਾ। ਕਿਹੜਾ ਜੀ ਕਰਦਾ ਜੇ ਉਹ ਦੇਖੋ ਨਾ ਕੈਪਟਨ ਸਾਹਿਬ ਆਪ ਚੱਲ ਗਏ ਬੀਜੇਪੀ ਚ, ਪਰਨੀਤ ਕੌਰ ਜੀ ਕਾਂਗਰਸ ਦੀ ਗਲੇ ਦੀ ਫਸ ਬਣੀ ਹੋਈ ਆ। ਸਮਾਰ ਕੇ ਜੀ ਹੋ ਗਿਆ, ਇਜਾਜ਼ਤ ਲਈਏ। ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ, ਨਾਲ ਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਤੁਹਾਡੇ ਦਿੱਤੇ ਹੋਏ ਕਮੈਂਟ, ਤੁਹਾਡੀਆਂ ਕੀਤੀਆਂ ਹੋਈਆਂ ਟਿੱਪਣੀਆਂ ਸਾਡੇ ਲਈ ਬਹੁਤ ਮਾਇਨੇ ਰੱਖਦੀਆਂ ਹੈ ਕਿ ਅਸੀਂ ਤੇ ਵਾਰ-ਵਾਰ ਕਹਿੰਦੇ ਹਾਂ ਵੀ ਲੋਕ ਜਿਹੜੇ ਨੇ, ਲੋਕਤੰਤਰ ਦੇ ਵਿੱਚ ਲੋਕ ਹੀ ਤਾਕਤਵਰ ਨੇ, ਜਨਤਾ ਹੀ ਤਾਕਤਵਰ ਹੈ, ਜਨਤਾ ਹੀ ਜਨਾਰਦਨ ਹੈ। ਇਸ ਕਰਕੇ ਕਿਤੇ ਵੀ ਕੋਈ ਗਲਤ ਕੰਮ ਹੁੰਦਾ ਉਹਦੇ ਖਿਲਾਫ ਬੋਲੋ। ਅੱਜ ਤੁਸੀਂ ਨਹੀਂ ਕਿਸੇ ਦੇ ਫੇਵਰ 'ਚ ਬੋਲੋਗੇ ਜਿਹਦੇ ਨਾਲ ਕੋਈ ਗਲਤ ਕੰਮ ਹੋਇਆ, ਤੇ ਕੱਲ ਨੂੰ ਤੁਹਾਡੇ ਨਾਲ ਵੀ ਉਹੀ ਵਾਪਰਨਾ ਵੀ ਉਹ ਨਾ ਹੋਵੇ। ਸਾਡੇ ਉਹ ਲੋਕਾਂ ਦੀ ਉਹ ਹਾਲਾਤ ਹੋ ਜਾਏ ਵੀ ਕਸਾਈ ਇੱਕ ਮੁਰਗੀ ਨੂੰ ਰੋਜ਼ ਕੱਢਦਾ ਤੇ ਉਹਨੂੰ ਝਟਕਾਉਂਦਾ, ਉਹਨੂੰ ਵੜਦਾ, ਤੇ ਫਿਰ ਅਗਲੀ ਦੀ ਵਾਰੀ ਤੇ ਬਾਕੀ 99 ਜਿਹੜੀਆਂ ਉਹ ਚੋਗਾ ਚੁਗਣ ਲੱਗ ਪੈਂਦੀਆਂ। ਤੇ ਉਹ ਹਾਲ ਨਾ ਹੋਵੇ ਜੋ ਗੁਲਾਮੀ ਦੇ ਵਿੱਚ ਹੁੰਦਾ ਰਿਹਾ। ਵੀ ਜਿਵੇਂ ਰਾਜੇ ਦੀ ਕਹਾਣੀ ਹੀ ਪਹਿਲੇ ਵੀ ਸੁਣਾਈ ਆ, ਵੀ ਕਹਿੰਦਾ ਟੈਕਸ ਲਾਈ ਜਾਓ, ਟੈਕਸ ਲਾਈ ਜਾਓ, ਲੋਕੀ ਬੋਲਦੇ ਨਹੀਂ, ਫਿਰ ਕਹਿੰਦਾ ਇਹਨਾਂ ਨੂੰ ਛਿੱਤਰ ਵੀ ਮਾਰਨ ਲੱਗ ਪਓ, ਲੋਕੀ ਫਿਰ ਨਹੀਂ ਬੋਲਦੇ, ਕਹਿੰਦੇ ਫਿਰ ਬੰਦੇ ਵਧਾ ਦਿਓ। ਇਸ ਕਰਕੇ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਆਜ਼ਾਦ ਮੁਲਕ ਦੇ ਆਜ਼ਾਦ ਸ਼ਹਿਰੀਓ, ਬਾਬਾ ਸਾਹਿਬ ਅੰਬੇਦਕਰ ਨੇ ਇੱਕੋ ਜਿਹੇ ਰਾਈਟਸ ਸਭ ਨੂੰ ਦਿੱਤੇ ਆ, ਅਧਿਕਾਰ ਇੱਕੋ ਜਿਹੇ ਦਿੱਤੇ ਆ, ਕਾਨੂੰਨ ਸਾਰਿਆਂ ਲਈ ਇੱਕ ਹੈ, ਭਾਵੇਂ ਉਹ ਕਿੱਡਾ ਵੀ ਵੱਡਾ ਬੰਦਾ ਕਿਉਂ ਨਹੀਂ ਹੈ ਤੇ ਭਾਵੇਂ ਕੋਈ ਥੱਲੇ ਵੀ ਕਿਉਂ ਨਹੀਂ ਬੈਠਾ। ਇਸ ਕਰਕੇ ਆਪਣੀ ਆਵਾਜ਼ ਚੁੱਕੋ, ਗਲਤ ਕੰਮ ਹੁੰਦਾ ਉਹਦੇ ਖਿਲਾਫ ਬੋਲੋ, ਆਪਣੇ ਲਈ ਨਹੀਂ ਬੋਲਣਾ ਤੇ ਆਪਣੀ ਆਉਣ ਵਾਲੀ ਨਸਲਾਂ ਲਈ ਬੋਲੋ। ਧੰਨਵਾਦ, ਨਮਸਕਾਰ, ਸਤਿ ਸ਼੍ਰੀ ਅਕਾਲ।